बुरा सोचण नाल ही अज सानू बीमारियां लग रही है। जिन्ना भी सानू अज देख रहे हैं, डॉक्टर्स भी कह रहे हैं कि स्ट्रैस दे नाल बीमारियां वध रही हैं। असल विच स्ट्रैस भी की है, साडी सोच ही है। डॉक्टर राधिका नहीं सच्ची ये गल हैगी कि माइंड होर चीज़ आ, मन होर चीज़ आ, दिमाग होर चीज़ आ। जिन्ना असी पॉजिटिव इंफॉर्मेशन लवांगे उन्ना ही साडा मन पॉजिटिव रहेगा और उहदे नाल साडा संबंधित जिहड़ा शरीर है वो भी स्वस्थ रहेगा। मन नहीं काबू हुंदा, मन नहीं काबू हुंदा। की तरीका आ मन नूं काबू करन दा? ਅੱਜ ਅਸੀਂ ਜਿੰਨੀਆਂ ਨੈਗੇਟਿਵ ਨਿਊਜ਼ ਸੁਣਦੇ ਜਾ ਰਹੇ ਹਾਂ ਉਹਦਾ ਅਸਰ ਇਹ ਹੋ ਰਿਹਾ ਹੈ ਕਿ ਅਸੀਂ ਪੂਰਾ ਦਿਨ ਨੈਗੇਟਿਵ ਬਣੇ ਰਹਿੰਦੇ ਹਾਂ। ਸਾਨੂੰ ਡਰ ਲੱਗਦਾ ਹੈ, ਕਿਸੇ ਵੀ ਚੀਜ਼ ਨੂੰ, ਕਿਸੇ ਵੀ ਵਿਅਕਤੀ ਨੂੰ ਮਿਲਦੇ ਹਾਂ ਅਸੀਂ ਉਹਦੇ ਬਾਰੇ ਨੈਗੇਟਿਵ ਹੀ ਸੋਚਦੇ ਹਾਂ। ਇੱਕ ਗੱਲ ਨਹੀਂ ਸਮਝ ਆਉਂਦੀ, ਹੁਣ ਸਾਡੀ ਜ਼ਿੰਦਗੀ ਦੇ ਵਿੱਚ 10 ਚੀਜ਼ਾਂ ਹੋਈਆਂ, 10 ਦੇ ਵਿੱਚੋਂ 6 ਚੰਗੀਆਂ ਹੋਈਆਂ, 4 ਮਾੜੀਆਂ ਹੋਈਆਂ। ਤੁਸੀਂ ਇੱਕ ਸਾਈਕੋਲੋਜਿਸਟ ਹੋ, ਸਾਈਕੋਲੋਜੀ ਦੇ ਉੱਤੇ ਕੰਮ ਕੀਤਾ। ਇਹ ਦੱਸੋ ਕਿ ਉਹ 4 ਮਾੜੀਆਂ ਹੀ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੀਆਂ, 6 ਚੰਗੀਆਂ ਬਾਰ-ਬਾਰ ਖੁਸ਼ੀ ਸੋਚਣ ਤੇ ਕਿਉਂ ਨਹੀਂ ਦਿੰਦੀਆਂ? ਜਦੋਂ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਸਾਨੂੰ ਪਤਾ ਹੈ ਕਿ ਉਹ ਤੇ ਹੋ ਚੁੱਕੀ, ਲੇਕਿਨ ਜਦੋਂ ਅਸੀਂ ਉਹਦੇ ਬਾਰੇ ਹੋਰ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਤੇ ਮਾੜੇ ਵਿੱਚ ਮਾੜਾ ਪਲੱਸ ਹੋ ਜਾਂਦਾ ਹੈ, ਉਹ ਹੋਰ ਡਬਲ ਮਾੜਾ ਹੋ ਕੇ ਸਾਡੇ ਸਾਹਮਣੇ ਆਉਂਦਾ ਹੈ। ਤੁਸੀਂ ਚਾਹੇ ਗੂਗਲ ਇਮੇजेस ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਕਿ ਇਫੈਕਟ ਆਫ ਥਾਟਸ ਔਨ ਵਾਟਰ। ਡਾਕਟਰ ਇਮੋਟੋ ਦਾ ਐਕਸਪੈਰੀਮੈਂਟ ਹੈ, ਜੇ ਚੰਗਾ ਸੋਚਾਂਗੇ ਤੇ ਚੰਗਾ ਹੋਏਗਾ, ਜੇ ਮਾੜਾ ਸੋਚਾਂਗੇ ਤੇ ਮਾੜਾ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਬੈਠਕ ਵਿਦ ਵਰੁਣ ਕੌਰ ਮਾਨ ਤੇ ਮੇਰੇ ਨਾਲ ਨੇ ਅੱਜ ਡਾਕਟਰ ਰਾਧਿਕਾ, ਜਿਨ੍ਹਾਂ ਨੇ ਪੀਐਚਡੀ ਕੀਤੀ ਹੋਈ ਹੈ ਸਾਈਕੋਲੋਜੀ ਦੇ ਵਿੱਚ ਔਰ ਐਜ਼ ਅ ਸਾਈਕੋਲੋਜਿਸਟ ਇਹ ਕੰਮ ਵੀ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਡਾਕਟਰ ਰਾਧਿਕਾ ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਅਸੀਂ ਨਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਪੋਜ਼ਿਟਿਵਿਟੀ ਤੋਂ। ਪਤਾ ਨਹੀਂ ਕੀ ਚੀਜ਼ ਆ ਕਿ ਸਾਨੂੰ ਤਾਂ ਇੱਦਾਂ ਸਿਖਾ ਦਿੱਤਾ ਜਾਂਦਾ ਨਾ ਬਚਪਨ ਤੋਂ ਕਿ ਚੰਗਾ ਚੰਗਾ ਸੋਚਣਾ ਹੀ ਪੋਜ਼ਿਟਿਵ ਹੁੰਦਾ ਆ, ਸਕਾਰਾਤਮਕ ਹੁੰਦਾ ਹੈ ਰਹਿਣਾ। ਮਾੜਾ ਸੋਚਣਾ ਪੋਜ਼ਿਟਿਵ ਨਹੀਂ ਹੁੰਦਾ। ਕਿ ਹੋਰ ਵੀ ਕੋਈ ਇਹਦੀ ਟੈਕਨੀਕਲੀ ਡੈਫੀਨੇਸ਼ਨ ਹੁੰਦੀ ਆ ਪੋਜ਼ਿਟਿਵਿਟੀ ਦੀ? ਬਹੁਤ ਸਿੰਪਲ ਡੈਫੀਨੇਸ਼ਨ ਸਮਝਾਂਗੇ। ਪੋਜ਼ਿਟਿਵਿਟੀ ਦਾ ਮਤਲਬ ਹੈ ਸਟੇਟ ਆਫ ਮਾਈਂਡ, ਕਿ ਸਾਡੀ ਮਨ ਦੀ ਸਥਿਤੀ ਕੀ ਹੈ। ਜੇ ਮਨ ਦੀ ਸਥਿਤੀ ਪੋਜ਼ਿਟਿਵ ਹੈ ਤੇ ਮੈਂ ਹੁਣ ਕਿਸੇ ਨਾਲ ਵੀ ਮਿਲੂੰਗੀ, ਕੋਈ ਵੀ ਪਰਿਸਥਿਤੀ ਆਏਗੀ, ਕਿਸੇ ਵੀ ਚੀਜ਼ ਨੂੰ ਦੇਖੂੰਗੀ ਤੇ ਮੈਂ ਉਹਦੇ ਬਾਰੇ ਕੁਝ ਪੋਜ਼ਿਟਿਵ, ਕੁਝ ਸਕਾਰਾਤਮਕ ਸੋਚੂੰਗੀ, ਬੋਲੂੰਗੀ, ਉਹਦੇ ਨਾਲ ਸਕਾਰਾਤਮਕ ਬਿਹੇਵ ਕਰੂੰਗੀ। ਤੇ ਸਾਡੇ ਮਨ ਦੀ ਸਥਿਤੀ ਹੀ ਪੋਜ਼ਿਟਿਵਿਟੀ ਹੈ ਕਿ ਹਰ ਚੀਜ਼ ਵਿੱਚ ਕੋਈ ਗੁਣ ਲੱਭਣਾ, ਕੋਈ ਵਿਸ਼ੇਸ਼ਤਾ ਲੱਭਣਾ ਤੇ ਉਹਦੇ ਪ੍ਰਤੀ ਇੱਕ ਪੋਜ਼ਿਟਿਵ ਸੋਚ, ਬੋਲ ਜਾਂ ਕਰਮ ਰੱਖਣਾ, ਉਹਨੂੰ ਅਸੀਂ ਪੋਜ਼ਿਟਿਵਿਟੀ ਕਹਾਂਗੇ। ਕਈ ਵਾਰੀ ਨਾ ਅਸੀਂ ਦੇਖਦੇ ਹੁੰਦੇ ਆ, ਅਸੀਂ ਕਹਿੰਦੇ ਮੇਰਾ ਨਾ ਦਿਮਾਗ ਨਹੀਂ ਪੋਜ਼ਿਟਿਵ ਹੈਗਾ, ਮੇਰਾ ਦਿਲ ਨਹੀਂ ਪੋਜ਼ਿਟਿਵ ਹੈਗਾ, ਹੈ ਨਾ, ਮੇਰਾ ਮਨ ਅਜੀਬ ਜਿਹਾ ਹੁੰਦਾ ਰਹਿੰਦਾ। ਮਾਈਂਡ, ਮਨ ਤੇ ਮਨ ਦੀ ਭਾਵਨਾ, ਇਹ ਤਿੰਨੋਂ ਚੀਜ਼ਾਂ ਇੱਕੋ ਹੀ ਹੁੰਦੀਆਂ ਨੇ ਕਿ ਅਲੱਗ-ਅਲੱਗ ਹੁੰਦੀਆਂ ਆ? ਦੇਖੋ, ਜਿਹੜਾ ਤੁਸੀਂ ਕਹਿ ਰਹੇ ਹੋ ਮਾਈਂਡ ਔਰ ਮਨ, ਇਹ ਤੇ ਇੰਗਲਿਸ਼ ਟਰਾਂਸਲੇਸ਼ਨ ਹੈ ਮਨ ਦੀ, ਇੰਗਲਿਸ਼ ਵਿੱਚ ਕਹਾਂਗੇ ਮਾਈਂਡ। लेकिन ज़्यादातर मैं जेड़ा देखा है कि आम जनता कन्फ्यूज़ हो रही है वो है मन, दिल और दिमाग। मन, दिल और दिमाग ये तीनों डिफरेंट चीज़ां है, जद कि असी देख रहे हैं कि आम जनता इनू इक्को ही समझ लेंदी है तो इंटरचेंजेबली यूज़ भी करती है जी। ਜਦੋਂ ਅਸੀਂ ਗੱਲ ਕਰਦੇ ਹਾਂ ਦਿਲ ਦੀ, ਤੇ ਦਿਲ ਕੀ ਹੈ? ਸਾਡਾ ਸਰੀਰ ਦਾ ਇੱਕ ਆਰਗਨ ਹੈ ਜਿਹਨੂੰ ਅਸੀਂ ਪੰਪਿੰਗ ਆਰਗਨ ਕਹਿ ਦਿੰਦੇ ਹਾਂ, ਨਾ। ਸਾਡਾ ਸਰੀਰ ਦਾ ਇੱਕ ਆਰਗਨ ਹੈ, ਉਹਦਾ ਕੰਮ ਹੈ ਪੂਰੇ ਸਰੀਰ ਵਿੱਚ ਬਲੱਡ ਸਰਕੂਲੇਟ ਕਰਨਾ। लेकिन असी आम भाषा विच कह दें मेरा दिल नहीं करता या हम आपके दिल में रहते हैं, हाँ कुछ भी इदा कह दें। तो दिल जिहड़ा है वो एक परायावाची जिस तरह लोगों ने ले लिया है मन दे तरह, लेकिन मन अलग है, दिल अलग है। ठीक, हुण जिहड़ा दूसरा एक है कि ब्रेन और मन नूं भी इक्को मन लेता गया है। अगर मैं तुहानूं ही पूछां कि ब्रेन और मन इक्को ही है कि अलग है ते की कहोगे? मैनूं तां कदे-कदे इक्को ही लगदे हुंदे ना। बिल्कुल, इनू ही आज समझते हैं। देखो, अगर इस सिर विच असीं देखीए, तुसीं सारिਆਂ ने ब्रेन देखिया होएगा, अपनी बायोलॉजी दी बुक्स विच देखिया होएगा कि ਉਹਦਾ पूरा स्ट्रक्चर ਜਿਹੜਾ ਅਖਰੋਟ ਵਰਗਾ ਦਿਖਦਾ ਹੈਗਾ ਹੈ। ਤੇ ਮੈਂ ਹੁਣ ਤੁਹਾਨੂੰ ਪੁੱਛਾਂ ਮਨ ਦਾ ਸਟਰਕਚਰ ਕਿੱਦਾਂ ਦਾ ਦਿਖਦਾ? ਉਦਾਂ ਤਾਂ ਜਿਹੜਾ ਸਾਨੂੰ ਪਿਆਰ ਵਾਲਾ ਇਦਾਂ ਦਿਖਾਇਆ ਗਿਆ ਤੇ ਉਹੀ ਦਿਲ ਦਾ ਹੈ ਨਾ। ਬਿਲਕੁਲ, ਉਹ ਤੇ ਫਿਰ ਦਿਲ ਹੋ ਗਿਆ, ਹਾਂਜੀ, ਹੈ ਨਾ। ਤੇ ਜਿਹੜਾ ਬ੍ਰੇਨ ਹੈ ਉਹ ਫਿਜ਼ੀਕਲ ਆਰਗਨ ਹੈ ਬਾਡੀ ਦਾ, ਜਦ ਕਿ ਜਿਹੜਾ ਮਨ ਹੈ ਉਹ ਫਿਜ਼ੀਕਲ ਆਰਗਨ ਨਹੀਂ ਹੈ। ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਅਸੀਂ ਅੱਜ ਕੰਪਿਊਟਰ ਸਾਰੇ ਯੂਜ਼ ਕਰ ਰਹੇ ਹਾਂ, ਬਿਲਕੁਲ ਠੀਕ ਹੈ ਨਾ। ਤੇ ਅਗਰ ਮੈਂ ਤੁਹਾਨੂੰ ਕਹਾਂ ਕਿ ਕੰਪਿਊਟਰ ਦਾ ਜਿਹੜਾ ਉਹਦਾ ਮੋਨੀਟਰ ਹੈ, ਕੀਬੋਰਡ ਹੈ, ਮਾਊਸ ਹੈ,
ਹੈ CPU ਸਭ ਕੁਝ ਹੈ ਮਦਰਬੋਰਡ ਵਗੈਰਾ ਸਭ ਕੁਝ ਹੈ ਉਹਦੇ ਵਿੱਚ ਅਗਰ ਇੱਕ ਚੀਜ਼ ਨਹੀਂ ਹੋਏਗੀ ਤੇ ਉਹ ਪੂਰਾ ਦਾ ਪੂਰਾ ਕੰਪਿਊਟਰ ਡੱਬਾ ਹੈ ਦੱਸ ਸਕਦੇ ਹੋ ਸੌਫਟਵੇਅਰ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਅਗਰ ਉਹ ਸੌਫਟਵੇਅਰ ਨਹੀਂ ਹੈ ਤਾਂ ਉਹ ਫਿਰ ਪੂਰਾ ਦਾ ਪੂਰਾ ਕੰਪਿਊਟਰ ਡੱਬਾ ਹੈ ਲੇਕਿਨ ਅਗਰ ਅੱਜ ਮੈਂ ਹੁਣ ਤੁਹਾਨੂੰ ਕਹਾਂ ਕਿ ਮੈਨੂੰ ਸੌਫਟਵੇਅਰ ਮੇਰੇ ਹੱਥ ਤੇ ਰੱਖ ਦਿਓ ਰੱਖ ਸਕਦੇ ਹੋ ਨਹੀਂ ਸੌਫਟਵੇਅਰ ਦਿਖਦਾ ਨਹੀਂ ਬਿਲਕੁਲ ਲੇਕਿਨ ਪੂਰੇ ਕੰਪਿਊਟਰ ਨੂੰ ਚਲਾ ਕੌਣ ਰਿਹਾ ਸੌਫਟਵੇਅਰ ਚਲਾ ਰਿਹਾ ਹੈ ਨਾ ਉਸੇ ਤਰ੍ਹਾਂ ਅਗਰ ਅਸੀਂ ਕਹੀਏ ਕਿ ਅੱਜ ਸਾਡੇ ਸਭ ਦੇ ਮੋਬਾਈਲਸ ਵਿੱਚ ਫੇਸਬੁੱਕ ਹੈ WhatsApp ਹੈ ਮੈਂ ਕਹੂੰ ਕਿ ਅੱਛਾ ਮੇਰੇ ਹੱਥ ਤੇ ਫੇਸਬੁੱਕ ਰੱਖ ਦੋ ਨਹੀਂ ਪੋਸੀਬਲ ਡਿਜੀਟਲ ਚੀਜ਼ਾਂ ਹਨ ਬਿਲਕੁਲ ਇਹ ਸਾਰੇ ਸੌਫਟਵੇਅਰਸ ਹੈ ਉਸੇ ਤਰ੍ਹਾਂ ਬ੍ਰੇਨ ਜਿਹੜਾ ਹੈ ਉਹ ਹਾਰਡਵੇਅਰ ਹੈ ਦਿਖਦਾ ਹੈ ਇੱਥੋਂ ਹੁਣੇ ਅਸੀਂ ਕੁਝ ਕੱਟੀਏ ਤੇ ਇਹਦੇ ਵਿੱਚ ਬ੍ਰੇਨ ਦਿਖ ਜਾਣਾ ਹੈ ਲੇਕਿਨ ਜਿਸ ਤਰ੍ਹਾਂ ਸੌਫਟਵੇਅਰ ਦਿਖਦਾ ਨਹੀਂ ਮਨ ਦਿਖਦਾ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਸੌਫਟਵੇਅਰ ਹੀ ਹਾਰਡਵੇਅਰ ਨੂੰ ਚਲਾ ਰਿਹਾ ਹੈ ਉਸੇ ਤਰ੍ਹਾਂ ਹੀ ਮਨ ਬ੍ਰੇਨ ਨੂੰ ਚਲਾ ਰਿਹਾ ਹੈ ਤੇ ਫਿਰ ਅਸੀਂ ਕਹੀਏ ਬ੍ਰੇਨ ਬੋਡੀ ਨੂੰ ਚਲਾ ਰਿਹਾ ਹੈ ਤੇ ਮਨ ਨਾਨ ਫਿਜ਼ੀਕਲ ਇੱਕ ਅਸੀਂ ਕਹਾਂਗੇ ਨਾਨ ਫਿਜ਼ੀਕਲ ਚੀਜ਼ ਹੈ ਇੱਕ ਭਾਵਨਾ ਜਿੱਦਾਂ ਹੁੰਦੀ ਮਨ ਨੂੰ ਅਗਰ ਇੱਕ ਵਰਡ ਦੀ ਡੈਫੀਨੇਸ਼ਨ ਵਿੱਚ ਸਮਝੀਏ ਮਨ ਕੀ ਚੀਜ਼ ਹੈ मन मतलब विचार जी मन मतलब विचार थॉट्स बहुत सारे लोकी कहते हैं मन बहुत भटकदा है मन बड़ा चंचल हुंदा है वो टिकदा ही नहीं कदी इधर जाता है कदी उधर जाता है बिल्कुल बिल्कुल पर ਅਸੀਂ ਸਮਝੀਏ ਤੇ ਕੌਣ ਭਟਕ ਰਿਹਾ ਕੌਣ ਇੱਧਰ ਉੱਧਰ ਜਾ ਰਿਹਾ ਹੈ ਕੌਣ ਟਿਕ ਨਹੀਂ ਰਿਹਾ ਹੈ ਬਿਲਕੁਲ ਤੇ ਤੁਸੀਂ ਸਮਝੋਗੇ ਥੋੜਾ ਗਹਿਰਾਈ ਨਾਲ ਹੁਣੇ 1 ਮਿੰਟ ਆਪਣੇ ਆਪ ਨੂੰ ਦੇਖੀਏ ਵਿਚਾਰ ਬਿਲਕੁਲ ਵਿਚਾਰ ਹੀ ਹੈ ਨਾ ਹੁਣੇ ਅਸੀਂ ਇੱਥੇ ਪ੍ਰੋਗਰਾਮ 'ਚ ਬੈਠੇ ਹਾਂ ਹੋ ਸਕਦਾ ਮੈਨੂੰ ਮੇਰਾ ਘਰ ਯਾਦ ਆ ਰਿਹਾ ਹੋਵੇ ਹੋ ਸਕਦਾ ਮੈਨੂੰ ਮੇਰਾ ਆਫਿਸ ਯਾਦ ਆ ਰਿਹਾ ਹੋਵੇ ਇੱਥੇ ਫਿਜ਼ੀਕਲੀ ਪ੍ਰੈਜ਼ੈਂਟ ਹੋਣ ਦੇ ਬਾਵਜੂਦ ਵੀ ਮੈਂ ਘਰ ਪਹੁੰਚ ਸਕਦੀ ਹਾਂ ਘਰ ਦੇ ਬਾਰੇ ਸੋਚ ਸਕਦੀ ਹਾਂ ਬਿਲਕੁਲ ਤੈਨੂੰ ਕੀ ਕਵਾਂਗੇ ਭਟਕਣਾ ਕਿ ਮੇਰਾ ਮਨ ਇੱਧਰ ਵੀ ਜਾ ਰਿਹਾ ਉੱਧਰ ਵੀ ਜਾ ਰਿਹਾ ਕਿਤੇ ਵੀ ਜਾ ਰਿਹਾ ਹੈ ਨਾ ਤੇ ਇਹਨੂੰ ਹੀ ਭਟਕਣਾ ਕਵਾਂਗੇ ਇਹਨੂੰ ਹੀ ਚੰਚਲਤਾ ਕਿ ਇੱਕ ਜਗ੍ਹਾ ਜਿੱਥੇ ਮੈਂ ਪ੍ਰੈਜ਼ੈਂਟ ਹੂੰ ਫਿਜ਼ੀਕਲੀ ਉੱਥੇ ਮੈਂਟਲੀ ਜ਼ਰੂਰੀ ਨਹੀਂ ਮੈਂ ਪ੍ਰੈਜ਼ੈਂਟ ਹੂੰ ਇਹਨੂੰ ਹੀ ਚੰਚਲਤਾ ਕਵਾਂਗੇ ਸ਼ਾਇਦ ਇਹਨੂੰ ਕਹਿੰਦੇ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੁੰਦਾ ਆ ਅਸੀਂ ਕਹਿੰਦੇ ਨਾ ਕਿ ਮਨ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਪਰ ਔਖਾ ਬਹੁਤ ਹੈ ਕਾਰਨ ਕੀ ਹੈ ਮਨ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਤੇ ਅਸੀਂ ਦੇਖੀਏ ਅਸੀਂ ਮਨ ਨੂੰ ਸਮਝਦੇ ਹੀ ਨਹੀਂ ਜਿਹਨੂੰ ਜਾਣਦੇ ਹੀ ਨਹੀਂ ਉਹਨੂੰ ਕਾਬੂ ਕਰਨਾ ਤੇ ਬਹੁਤ ਬਾਅਦ ਦਾ ਸਟੈਪ ਹੈ ਨਾ ਅੱਜ ਅਸੀਂ ਮਨ ਦਿਲ ਔਰ ਬ੍ਰੇਨ ਦਿਮਾਗ ਤਿੰਨੋਂ ਨੂੰ ਇੱਕ ਮੰਨ ਕੇ ਬੈਠੇ ਹੈ ਬਿਲਕੁਲ ਤੇ ਫਿਰ ਕਿੰਨੂੰ ਕਾਬੂ ਕਰਨਾ ਹੈ ਬ੍ਰੇਨ ਤੇ ਬਾਹਰ ਨਿਕਲ ਕੇ ਨਹੀਂ ਗਿਆ ਸੀ ਬਿਲਕੁਲ ਜਿਹੜਾ ਦਿਲ ਹੈ ਉਹ ਤੇ ਬਾਹਰ ਨਿਕਲ ਕੇ ਨਹੀਂ ਗਿਆ ਸੀ ਬਿਲਕੁਲ ਹੈ ਨਾ ਉਹ ਤੇ ਆਪਣੀ ਆਪਣੀ ਜਗ੍ਹਾ ਤੇ ਫਿੱਟ ਬੈਠੇ ਹੈ ਕਾਬੂ ਕਿਹਨੂੰ ਕਰਨਾ ਸੀ ਮਨ ਨੂੰ ਔਰ ਮਨ ਮਤਲਬ ਵਿਚਾਰ ਤੇ ਜਿਹਦੇ ਬਾਰੇ ਅਸੀਂ ਜਾਣਦੇ ਨੇ ਉਹਨੂੰ ਕਾਬੂ ਕਿਸ ਤਰ੍ਹਾਂ ਕਰ ਲਾਂਗੇ ਤੇ ਅੱਜ ਸਮਝ ਰਹੇ ਹੈ ਮਨ ਮਤਲਬ ਵਿਚਾਰ ਸਾਡੇ ਥਾਟਸ ਠੀਕ ਹੈ ਨਾ ਹੁਣ ਨੈਕਸਟ ਸਟੈਪ ਅੱਗੇ ਫੇਰ ਵਧਾਂਗੇ ਸੈਕੰਡ ਸਟੈਪ ਕਿ ਅਸੀਂ ਥਾਟਸ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਮਤਲਬ ਮਨ ਨੂੰ ਅਲੱਗ ਤੋਂ ਕੰਟਰੋਲ ਕਰੋ ਵਿਚਾਰਾਂ ਨੂੰ ਅਲੱਗ ਤੋਂ ਕੰਟਰੋਲ ਕਰੋ ਜਦੋਂ ਮਨ ਭਟਕਦਾ ਆ ਉਦੋਂ ਡਿਫਰੈਂਟ ਤਰੀਕੇ ਦੇ ਜਿਹੜੇ ਥਾਟਸ ਨੇ ਉਹ ਸਾਡੇ ਮਾਈਂਡ ਦੇ ਵਿੱਚ ਆਉਂਦੇ ਨੇ ਹਨਾ ਮਨ ਦਾ ਭਟਕਣਾ ਥਾਟਸ ਨੂੰ ਪੈਦਾ ਕਰਦਾ ਹੈ मन मतलब विचार मन कुछ अलग नहीं विचार अलग नहीं दोनों इको ही चीज है मन अलग नहीं है मन मतलब विचार ओके है ना विचार अगर ਅਸੀਂ ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਮਨ ਕੋਈ ਫਿਜ਼ੀਕਲ ਆਰਗਨ ਨਹੀਂ ਹੈ ਬਿਲਕੁਲ ਹੈ ਨਾ ਵਿਚਾਰ ਦਿਖਦੇ ਸਾਡੇ ਨਹੀਂ ਤੇ ਇਹਦਾ ਮਤਲਬ ਕਿ ਉਹੀ ਮਨ ਹੈ ਵਿਚਾਰ ਹੀ ਮਨ ਹੈ ਉਹ ਦਿਖਦੇ ਨਹੀਂ ਲੇਕਿਨ ਜਿਸ ਤਰ੍ਹਾਂ ਕਿਹਾ ਕਿ ਸੌਫਟਵੇਅਰ ਹੀ ਹਾਰਡਵੇਅਰ ਨੂੰ ਚਲਾਉਂਦਾ ਹੈ ਨਾ ਅੱਜ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਕਿਤੇ ਵੀ ਜਾਣਾ ਹੋਵੇ ਕੋਈ ਵੀ ਕੁਝ ਵੀ ਕਰਨਾ ਹੋਵੇ ਸਭ ਤੋਂ ਪਹਿਲੇ ਸਟਾਰਟਿੰਗ ਕਿੱਥੋਂ ਹੁੰਦੀ ਹੈ ਸਭ ਤੋਂ ਪਹਿਲੇ ਤੇ ਵਿਚਾਰ ਹੀ ਆਂਦਾ ਹੈ ਨਾ ਬਿਲਕੁਲ ਕਿ ਉੱਥੇ ਜਾਣ ਦਾ ਦਿਲ ਕੀਤਾ ਮੇਰਾ ਹਨਾ ਮੈਂ ਉੱਥੇ ਜਾਣਾ ਹੈ ਅੱਜ ਮੈਂ ਆਈਸਕ੍ਰੀਮ ਖਾਣੀ ਹੈ ਅੱਜ ਮੈਂ ਉਹਨੂੰ ਮਿਲਣਾ ਹੈ ਅੱਜ ਮੇਰੀ ਮੀਟਿੰਗ ਹੈ ਮੈਂ ਉਹਦੇ ਵਾਸਤੇ ਇਹ ਵਾਲੀ ਫਾਈਲ ਪ੍ਰਿਪੇਅਰ ਕਰਨੀ ਹੈ ਇਹ ਵਾਲੀ ਚੀਜ਼ ਪ੍ਰਿਪੇਅਰ ਕਰਨੀ ਹੈ ਮੈਂ ਇੱਦਾਂ ਜਾਊਂਗੀ ਸਭ ਤੋਂ ਪਹਿਲੇ ਕੀ ਆਇਆ ਵਿਚਾਰ ਹੀ ਤੇ ਆ ਰਹੇ ठीक है ना तो मन मतलब विचार और पहले विचार आंदा है फिर साडा ब्रेन उन्नू एग्जीक्यूट करता है साडे वो चीज़ एक्शन विच आ जाती है बिहेवियर विच आ जाती है बिल्कुल एक ना होर चीज़ है कि साडे जिहड़े मन ने ना इन्हां ते पॉजिटिविटी बाद विच हावी हुंदी है नेगेटिविटी पहला हावी हो जाती है ਇਹ ਅਜੇ ਤੱਕ ਕਾਰਨ ਨਹੀਂ ਸਮਝ ਆਇਆ ਕਿਸੇ ਨੇ ਕਿਹਾ ਸੀਗਾ ਕਿ ਹਮੇਸ਼ਾ ਖਾਣ ਵਾਲੀ ਚੀਜ਼ ਜਿਹੜੀ ਸਵਾਦ ਲੱਗਦੀ ਆ ਉਹ ਬਾਅਦ ਚ ਨੁਕਸਾਨ ਹੀ ਕਿਉਂ ਕਰਦੀ ਹੈ ਡਾਕਟਰ ਵੀ ਜਦੋਂ ਕੋਈ ਫਾਇਦੇ ਵਾਲੀਆਂ ਚੀਜ਼ਾਂ ਖਾਣ ਨੂੰ ਕਹਿੰਦਾ ਹੈ ਤੇ ਉਹ ਹਮੇਸ਼ਾ ਉਹ ਕੌੜੀਆਂ ਹੀ ਕਿਉਂ ਹੁੰਦੀਆਂ ਨੇ ਸੋ ਇਹ ਗੱਲ ਸਾਡੇ ਵਿਚਾਰਾਂ ਤੇ ਵੀ ਹੁੰਦੀ ਹੈ ਸਾਡੇ ਮਨ ਤੇ ਵੀ ਲਾਗੂ ਹੁੰਦੀ ਹੈ ਇਹ ਪਹਿਲਾਂ ਨੈਗੇਟਿਵਿਟੀ 'ਚ ਸੌਖਾ ਕਿਉਂ ਫਸਦਾ ਆ
ਦੇਖੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਮਨ ਮਤਲਬ ਵਿਚਾਰ, ਠੀਕ। ਹੁਣ ਇਹ ਜਿਹੜੇ ਵਿਚਾਰ ਹੈ ਇਹ ਪੋਜ਼ਿਟਿਵ ਵੀ ਹੁੰਦੇ ਹੈ ਔਰ ਨੈਗੇਟਿਵ ਵੀ ਹੁੰਦੇ ਹੈ। ਤੁਸੀਂ ਪੁੱਛ ਰਹੇ ਹੋ ਕਿ ਸਾਨੂੰ ਸਭ ਤੋਂ ਪਹਿਲੇ ਨੈਗੇਟਿਵ ਵਿਚਾਰ ਹੀ ਕਿਉਂ ਆਉਂਦੇ ਹੈ। ਇਹਦਾ ਕਾਰਨ ਹੈ ਕਿ ਅਗਰ ਸਾਈਕੋਲੋਜੀਕਲ ਰੀਜ਼ਨ ਦੇਖੀਏ ਤੇ ਇਹ ਸਾਡੀ ਪ੍ਰੋਗਰਾਮਿੰਗ ਹੋਈ ਹੈ। ਅਗਰ ਅਸੀਂ ਇਹਨੂੰ ਐਵੋਲੂਸ਼ਨ ਦੇ ਲੈਵਲ ਤੇ ਜਾ ਕਰਕੇ ਦੇਖੀਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਰ ਕੋਈ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੈ ਡੇਂਜਰ ਤੋਂ। ਇਸ ਕਰਕੇ ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਸਾਡੇ ਆਸ-ਪਾਸ ਅਗਰ ਕੋਈ ਡੇਂਜਰ ਆਉਣ ਵਾਲਾ ਹੈ ਤੇ ਪਹਿਲੇ ਹੀ ਉਹਦੇ ਬਾਰੇ ਉਹਦੇ ਸਾਰੇ ਰਿਸਕ ਦੇਖ ਲਈਏ ਕਿ ਇੱਦਾਂ ਨਾ ਹੋ ਜਾਈਏ ਤਾਂ ਕਿ ਅਸੀਂ ਆਪਣੇ ਆਪ ਨੂੰ ਪਹਿਲੇ ਹੀ ਸੇਫ ਕਰ ਸਕੀਏ, ਪ੍ਰੋਟੈਕਟ ਕਰ ਸਕੀਏ। ਇਹ ਇੱਕ ਐਵੋਲੂਸ਼ਨ ਦਾ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਪੂਰਵਜ ਸੀ ਉਹ ਜੰਗਲਾਂ ਵਿੱਚ ਅੱਗ ਜਲਾ ਕੇ ਬੈਠਦੇ ਸੀ ਜਾਂ ਕਿਸੇ ਤਰ੍ਹਾਂ, ਕਿ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਿਹਾ। ਅਸੀਂ ਨੈਗੇਟਿਵਿਟੀ ਇਸ ਕਰਕੇ ਪਹਿਲੇ ਦੇਖ ਲੈਂਦੇ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰੀਏ। ਲੇਕਿਨ ਇਹਦਾ ਇੱਕ ਬਹੁਤ ਇੰਪੋਰਟੈਂਟ ਦੂਸਰਾ ਮਤਲਬ ਵੀ ਹੈ ਔਰ ਉਹ ਇਹ ਹੈ ਕਿ ਅੱਜ ਅਸੀਂ ਜਿਹੜੀ ਮੈਕਸਿਮਮ ਅਸੀਂ ਕੋਈ ਇਨਫੋਰਮੇਸ਼ਨ ਲੈ ਰਹੇ ਹੈ, ਜ਼ਿਆਦਾਤਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਰਹੇ ਹੈ। ਆਸ-ਪਾਸ এনवायरमेंट ਤੋਂ ਖਬਰਾਂ ਵੀ ਨੈਗੇਟਿਵ ਹਨਾ, ਸੋਸ਼ਲ ਮੀਡੀਆ ਤੇ ਵੀ ਨੈਗੇਟਿਵ ਖਬਰਾਂ, ਆਸਾ-ਪਾਸਾ ਤਾਂ ਬਹੁਤ ਸਾਡਾ ਨੈਗੇਟਿਵ ਹੋ ਚੁੱਕਿਆ। ਇਦਾਂ ਹੀ ਮੈਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਕਰਦੀ ਹਾਂ। ਮੈਂ ਕਿਸੇ ਸ਼ਖਸ ਨੂੰ ਪੁੱਛਿਆ ਕਿ ਕੋਈ ਗੱਲ ਹੋਈ ਸੀਗੀ, ਤੁਹਾਡੀ ਅਖਬਾਰ ਨਹੀਂ ਆਈ ਹਨਾ। ਇਹ ਨਹੀਂ ਮੈਂ ਕਹਿੰਦੀ ਅਖਬਾਰ ਨਹੀਂ ਪੜ੍ਹਨੀ ਚਾਹੀਦੀ, ਬਹੁਤ ਸਾਰੀ ਜਾਣਕਾਰੀ ਸਾਨੂੰ ਨਿਊਜ਼ਪੇਪਰ ਤੋਂ ਮਿਲਦੀ ਆ। ਉਹ ਕਹਿੰਦੇ ਸਾਡੀ ਆ ਵੀ ਜਾਵੇ ਅਸੀਂ ਉੱਠ ਕੇ ਲੁਕੋ ਦੀ ਆ, ਅਸੀਂ ਦੁਪਹਿਰੋਂ ਬਾਅਦ ਅਖਬਾਰ ਪੜ੍ਹੀ ਦੀ ਆ ਕਿ ਸਵੇਰੇ ਹੀ ਨੈਗੇਟਿਵ ਹੋ ਜਾਣਾ, ਉੱਥੇ ਆ ਹੋ ਗਿਆ, ਉੱਥੇ ਉਹ ਹੋ ਗਿਆ। ਬਹੁਤ ਅੱਛਾ ਕਰਦੇ ਹੋ ਜੋ ਵੀ ਇਹ ਕਰ ਰਹੇ ਹੈ, ਬਹੁਤ ਜ਼ਿਆਦਾ ਅੱਛਾ ਕਰ ਰਹੇ ਹੈ। ਕਿਉਂਕਿ ਜਿੰਨੀ ਅਸੀਂ ਨੈਗੇਟਿਵ ਇਨਫੋਰਮੇਸ਼ਨ ਆਪਣੇ ਅੰਦਰ ਪਾਉਂਦੇ ਜਾਵਾਂਗੇ, ਜਿੱਦਾਂ ਤੁਸੀਂ ਕਿਹਾ ਕਿ ਅੱਜ ਅਖਬਾਰ ਹੈ ਜਾਂ ਆਸੇ-ਪਾਸੇ ਸਾਡੀ ਸਿਚੁਏਸ਼ਨਸ ਹੈ, ਮੈਂ ਤੇ ਕਹੂੰਗੀ ਆਪਣਾ ਘਰ ਵੀ ਦੇਖ ਲਓ। ਅਗਰ ਅਸੀਂ ਘਰਦਿਆਂ ਕੋਲ ਵੀ ਬੈਠਦੇ ਹਾਂ ਉਹ ਵੀ ਸਾਨੂੰ ਆਪਣੀਆਂ 2-4 ਪ੍ਰੋਬਲਮਸ ਹੀ ਦੱਸਦੇ ਹੈ ਨਾ। ਕੋਈ ਇੱਕ ਅੱਛੀ ਗੱਲ ਦੱਸਦੇ ਹਨ ਲੇਕਿਨ ਉਸ ਤੋਂ ਪਹਿਲੇ ਉਹ 2-4 ਨੈਗੇਟਿਵ ਹੀ ਦੱਸ ਦਿੰਦੇ, ਪਤਾ ਅਜਿਹਾ ਹੋ ਗਿਆ, ਉਹ ਹੋ ਗਿਆ, ਇੱਦਾਂ ਹੋ ਗਿਆ। ਜਦੋਂ ਇੰਨੀ ਜ਼ਿਆਦਾ ਨੈਗੇਟਿਵ ਇਨਫੋਰਮੇਸ਼ਨ ਅਸੀਂ ਆਪਣੇ ਅੰਦਰ ਪਾਈ ਜਾ ਰਹੇ ਹੈ ਤੇ ਫਿਰ ਵਿਚਾਰ ਕਿੱਦਾਂ ਦੇ ਆਉਣਗੇ, ਹੈ ਨਾ। ਅਖਬਾਰ ਹੈ ਜਾਂ ਕੋਈ ਸਿਚੁਏਸ਼ਨਸ ਹੈ, ਕਿਤੇ ਵੀ ਅਸੀਂ ਕਿੰਨੀ ਵਾਰ ਪੜ੍ਹਦੇ ਹਾਂ, ਅੱਛਾ ਐਕਸੀਡੈਂਟ ਹੋ ਗਿਆ, ਉਹਦੇ ਘਰ ਚੋਰੀ ਹੋ ਗਈ, ਉਹਨੂੰ ਧੋਖਾ ਦਿੱਤਾ, ਇਹ ਵਾਲੀ ਇਨਫੋਰਮੇਸ਼ਨ ਬਹੁਤ ਗਈ। ਲੇਕਿਨ ਅਗਰ ਅਸੀਂ ਪੂਰੇ ਇੰਡੀਆ ਜਾਂ ਪੂਰੇ ਵਰਲਡ ਦੀ ਪੋਪੂਲੇਸ਼ਨ ਵਿੱਚ ਦੇਖੀਏ, ਇਹ ਕਿੰਨਿਆਂ ਨਾਲ ਹੋ ਰਿਹਾ? ਸ਼ਾਇਦ 1% ਨਾਲ ਵੀ ਨਹੀਂ ਹੈ ਪੂਰੇ ਦਿਨ 'ਚ ਹੋਇਆ ਹੋਏਗਾ। ਪੂਰੇ ਅਗਰ ਅਸੀਂ ਭਾਰਤ ਦੀ ਪੋਪੂਲੇਸ਼ਨ ਦੇਖੀਏ 1% ਛੱਡ ਕੇ 0.1% ਲੋਕਾਂ ਨਾਲ ਇੱਦਾਂ ਕੁਝ ਹੁੰਦਾ ਹੈ। ਓਕੇ। ਲੇਕਿਨ ਅਸੀਂ ਪੜ੍ਹਿਆ ਕਿ ਸਿਰਫ 0.1 ਨੂੰ ਪੜ੍ਹਿਆ, ਲੇਕਿਨ ਜਿਹੜਾ 99.9% ਪੋਪੂਲੇਸ਼ਨ ਬਿਲਕੁਲ ਸੇਫ ਹੈ, ਬਿਲਕੁਲ ਠੀਕ ਹੈ ਆਪਣੇ ਘਰਾਂ ਵਿੱਚ, ਉਹਨਾਂ ਦਾ ਕਿਸੇ ਦਾ ਕੋਈ ਐਕਸੀਡੈਂਟ ਨਹੀਂ ਹੋਇਆ, ਉਹਨਾਂ ਨਾਲ ਕੁਝ ਬੁਰਾ ਨਹੀਂ ਹੋਇਆ। ਅਸੀਂ ਉਹ ਇਨਫੋਰਮੇਸ਼ਨ ਤੇ ਪੜ੍ਹੀ ਨਹੀਂ। ਤੇ ਜਦੋਂ ਅਸੀਂ ਨੈਗੇਟਿਵ ਇਨਫੋਰਮੇਸ਼ਨ, ਪਤਾ ਐਕਸੀਡੈਂਟ ਹੋ ਗਿਆ, ਪਤਾ ਹੈ ਚੋਰੀ ਹੋ ਗਈ, ਪਤਾ ਅੱਜ ਇੱਦਾਂ ਦੇ ਧੋਖੇ ਮਿਲ ਜਾਂਦੇ, ਇੱਦਾਂ ਹੋ ਗਿਆ, ਉੱਦਾਂ, ਨੈਗੇਟਿਵ ਇਨਫੋਰਮੇਸ਼ਨ ਜਾ ਰਹੀ ਹੈ। ਜਿੱਦਾਂ ਹੀ ਸਾਡੇ ਨਾਲ ਛੋਟਾ ਜਿਹਾ ਕੁਝ ਹੁੰਦਾ, ਮੰਨ ਲਓ ਅੱਜ ਸਾਡਾ ਹੀ ਕੋਈ ਘਰ ਦਾ ਮੈਂਬਰ ਹੈ ਲੇਟ ਆਇਆ, ਬਿਲਕੁਲ, ਤੇ ਪਹਿਲੀ ਥਾਟ ਕੀ ਆਉਂਦੀ ਹੈ? ਬਿਲਕੁਲ ਨਹੀਂ ਕਹਿਣਾ ਚਾਹੀਦਾ ਪਰ ਆਉਂਦਾ ਕਿ ਕਿਤੇ ਸਭ ਠੀਕ ਠਾਕ ਹੋਵੇ, ਹੈ ਨਾ, ਸਭ ਠੀਕ ਠਾਕ ਹੋ ਕੇ ਕਿਤੇ ਇੱਦਾਂ ਨਾ ਹੋ ਗਿਆ ਹੋਏ, ਉੱਦਾਂ ਨਾ। ਪਹਿਲਾ ਹੀ ਥਾਟ ਨੈਗੇਟਿਵ। ਕਿਉਂ? ਨੈਗੇਟਿਵ ਇਨਫੋਰਮੇਸ਼ਨ ਬਹੁਤ ਜ਼ਿਆਦਾ ਆਪਣੇ ਮਨ ਵਿੱਚ ਫੀਡ ਕੀਤੀ ਹੋਈ ਹੈ। ਜਿੰਨਾ ਨੈਗੇਟਿਵਿਟੀ ਇਨਫੋਰਮੇਸ਼ਨ ਦੇ ਰੂਪ ਵਿੱਚ ਅਸੀਂ ਆਪਣੇ ਅੰਦਰ ਪਾਉਂਦੇ ਜਾਵਾਂਗੇ, ਥਾਟਸ ਸਾਡਾ ਮਨ ਆਟੋਮੈਟਿਕਲੀ ਨੈਗੇਟਿਵ ਹੁੰਦਾ ਜਾਏਗਾ। ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਿਰਫ ਸੁਣਨਾ ਨਹੀਂ, ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸੁਣਦੇ हैं और जो ਅਸੀਂ ਪੜ੍ਹਦੇ हैं, ਇਹ 3 ਜ਼ਰੀਏ ਤੋਂ ਅਸੀਂ ਆਪਣੇ ਅੰਦਰ ਇਨਫੋਰਮੇਸ਼ਨ ਲੈਂਦੇ ਹਾਂ। ਤੇ ਅਗਰ ਅਸੀਂ ਸਾਡਾ ਇਨਫੋਰਮੇਸ਼ਨ ਦਾ ਕੰਟੈਂਟ ਮੈਕਸਿਮਮ ਨੈਗੇਟਿਵ ਹੈ, ਸਾਡੇ ਮਨ ਨੂੰ ਨੈਗੇਟਿਵ ਹੋਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ। ਤੇ ਹੁਣ ਅਸੀਂ ਚਾਹੁੰਦੇ ਅਸੀਂ ਅੱਜ ਗੱਲ ਪੋਜ਼ਿਟਿਵਿਟੀ ਤੇ ਕਰ ਰਹੇ ਹਾਂ, ਇੱਥੋਂ ਹੀ ਸੋਲੂਸ਼ਨ ਹੈ। ਜੇ ਅਸੀਂ ਚਾਹੁੰਦੇ ਅਸੀਂ ਕਿ ਅਸੀਂ ਪੋਜ਼ਿਟਿਵ ਹੋਈਏ, ਹੈ ਨਾ, ਤੇ ਫਿਰ ਕੀ ਕਰਨਾ ਪਏਗਾ? ਸਭ ਤੋਂ ਪਹਿਲੀ ਚੀਜ਼ ਪੋਜ਼ਿਟਿਵ ਇਨਫੋਰਮੇਸ਼ਨ ਲੈਣੀ ਸ਼ੁਰੂ ਕਰੋ। ਕੁਝ ਪੋਜ਼ਿਟਿਵ ਦੇਖੋ, ਕੁਝ ਪੋਜ਼ਿਟਿਵ ਸੁਣੋ, ਕੁਝ ਪੋਜ਼ਿਟਿਵ ਪੜ੍ਹੋ। ਹੌਲੀ ਹੌਲੀ ਕਦੋਂ ਮਨ ਪੋਜ਼ਿਟਿਵ ਹੋ ਜਾਏਗਾ ਪਤਾ ਵੀ ਨਹੀਂ ਚੱਲੇਗਾ। ਜਿੱਦਾਂ ਅਸੀਂ ਆਪਣੀ ਬਾਡੀ ਨੂੰ ਜਦੋਂ ਸਵਸਥ ਰੱਖਣਾ ਹੋਵੇ, ਬਿਲਕੁਲ ਹੈ ਨਾ, ਤੇ ਕੀ ਕਰੀਦਾ ਹੈ, ਅਸੀਂ ਅੱਛੀ ਡਾਈਟ ਖਾਣੀ ਸ਼ੁਰੂ ਕਰ ਦਿੰਦੇ ਕਿ ਫਰੂਟਸ ਖਾ ਲਓ, ਥੋੜਾ ਵੈਜੀਟੇਬਲਸ, ਸਪਰਾਊਟਸ ਵਗੈरह। ਉਹ ਡਾਈਟ ਖਾ ਰਹੇ ਆ, ਹੈਲਥ ਆਪਣੇ ਆਪ ਅੱਛੀ ਹੋ ਜਾਣੀ ਹੈ। ਉसी ਤਰ੍ਹਾਂ ਮਨ ਦੀ ਡਾਈਟ ਕੀ ਹੈ? ਪੋਜ਼ਿਟਿਵ ਇਨਫੋਰਮੇਸ਼ਨ। ਜੇ ਪੋਜ਼ਿਟਿਵ ਇਨਫੋਰਮੇਸ਼ਨ ਅੰਦਰ ਜਾ ਰਹੀ ਹੈ, ਹੁਣ ਮਨ ਆਟੋਮੈਟਿਕਲੀ ਪੋਜ਼ਿਟਿਵ ਹੋ ਜਾਣਾ ਹੈ। ਇੱਕ ਗੱਲ ਨਾ ਹੋਰ ਮੈਂ ਤੁਹਾਡੀ ਗੱਲ ਤੋਂ ਸੋਚ ਰਹੀ ਹਾਂ, ਤੁਸੀਂ ਦੇਖੋ ਕਿ ਰੱਬ ਨਾ ਕਰੇ ਅਸੀਂ ਨਿਊਜ਼ਪੇਪਰ ਦੇ ਵਿੱਚ ਪੜ੍ਹਿਆ ਜਾਂ ਟੀਵੀ ਦੇ ਉੱਤੇ ਦੇਖਿਆ, ਹੈ ਨਾ, ਜਾਂ ਆਂਢ ਗੁਆਂਢ ਤੋਂ ਕਿਤੇ ਸਾਨੂੰ ਪਤਾ ਲੱਗਦਾ ਕਿ ਉਹ 4 ਜਾਣੇ ਘੁੰਮਣ ਗਏ ਸੀ,
ਰਾਹ ਦੇ ਵਿੱਚ ਉਹਨਾਂ ਦੀ ਗੱਡੀ ਨੂੰ ਕੁਝ ਹੋ ਗਿਆ ਤੇ ਆ ਗਲਤ ਚੀਜ਼ ਉਹਨਾਂ ਦੇ ਨਾਲ ਹੋ ਗਈ। ਪਰ ਅਸੀਂ ਫਿਰ ਜਦੋਂ ਆਪ ਕਿਤੇ ਜਾਣਾ ਹੁੰਦਾ ਸਾਡੇ ਦਿਮਾਗ 'ਚੋਂ ਗਲਤ ਖਬਰ ਹੀ ਸਾਨੂੰ ਡਰਾਉਂਦੀ ਹੈ। ਅਸੀਂ ਕਦੇ ਨਹੀਂ ਸੋਚਿਆ, ਕਦੇ ਨਹੀਂ ਸੁਣਿਆ ਕਿ ਫਲਾਨਾ ਘੁੰਮਣ ਗਿਆ ਸੀ, ਉਹਨੇ ਉੱਥੇ ਇੰਨੀ ਸ਼ਾਪਿੰਗ ਕੀਤੀ, ਉਹ ਖੁਸ਼ੀ-ਖੁਸ਼ੀ ਵਾਪਸ ਆਏ, ਉਹਨਾਂ ਨੇ ਬੜੀ ਮਸਤੀ ਕੀਤੀ, ਅੱਜ ਵੀ ਅਸੀਂ ਉਹਨਾਂ ਦੇ ਵਾਂਗ ਜਾਣਾ ਹੈ। ਮਤਲਬ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਦੇ ਵੱਲ ਹੀ ਧਿਆਨ ਜ਼ਿਆਦਾ ਦਿੰਦੇ ਹਾਂ ਜਿਨ੍ਹਾਂ ਦੇ ਨਾਲ ਮਾੜਾ ਹੋਇਆ ਜਾਂ ਬੁਰਾ ਹੋਇਆ। ਅਸੀਂ ਉਹਨਾਂ ਲੋਕਾਂ ਨੂੰ ਦੇਖਦੇ ਸੁਣਦੇ ਹੀ ਘੱਟ ਹਾਂ ਜਿਨ੍ਹਾਂ ਦੇ ਨਾਲ ਚੰਗਾ ਹੋਇਆ ਜਾਂ ਵਧੀਆ ਹੋਇਆ, ਹਨਾ। ਇਹ ਵਧੀਆ ਚੀਜ਼ਾਂ ਨੂੰ ਜ਼ਿਆਦਾ ਦੇਖਣਾ ਸ਼ੁਰੂ ਕਰੀਏ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਮੈਂ ਉਹੀ ਕਿਹਾ ਨਾ ਕਿ 0.1% ਲੋਕਾਂ ਨਾਲ ਉਹ ਚੀਜ਼ਾਂ ਨੈਗੇਟਿਵ ਹੋਈਆਂ ਹੁੰਦੀਆਂ ਹੈ। ਸਾਡੀ ਜਿਹੜੀ ਨਿਊਜ਼ਪੇਪਰ ਹੈ ਸਾਨੂੰ ਉਹ ਨੈਗੇਟਿਵ ਚੀਜ਼ਾਂ ਹੀ ਦੇ ਰਹੀ ਹੈ। ਜਿਹੜੀ 99.9% ਲੋਕੀ ਬਿਲਕੁਲ ਸੇਫ ਐਂਡ ਸਾਊਂਡ ਹੈ, ਆਪਣੇ ਘਰਾਂ ਵਿੱਚ ਬਿਲਕੁਲ ਖੁਸ਼ ਹੈ, ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਹੀ ਨਹੀਂ ਹੈ। ਕਈ ਵਾਰੀ ਨਾ ਆਪਾਂ ਵੀ ਦੇਖਦੇ ਹਾਂ ਕਿ ਫੋਰ ਐਗਜ਼ਾਮਪਲ ਕੋਈ ਸ਼ਖਸ ਤੁਹਾਨੂੰ ਮਿਲਦਾ ਹੈ, ਹਨਾ, ਉਹਨੂੰ ਮਿਲੇ ਸਵੇਰੇ ਸਵੇਰੇ, ਹਾਏ ਮੈਂ ਤਾਂ ਰਾਤ ਦਾ ਖਪਿਆ ਪਿਆ, ਹੈ ਨਾ, ਹਾਏ ਹਾਏ ਮੈਨੂੰ ਤਾਂ ਫਲਾਣੇ ਨੇ ਖਪਾ ਦਿੱਤਾ, ਮੈਨੂੰ ਤਾਂ ਉਹਨੇ ਦੁਖੀ ਕਰ ਦਿੱਤਾ, ਹੈ ਨਾ। ਉਹਦੇ ਨਾਲ ਤੁਸੀਂ ਸਾਰਾ ਦਿਨ ਕਿਵੇਂ ਕੱਢੋਗੇ? ਜਿਹੜਾ ਰਾਤੀ ਵੀ ਖਪਿਆ ਹੋਇਆ ਸੀ, ਦੁਪਹਿਰੇ ਵੀ ਖਪਿਆ ਹੋਇਆ ਸੀ, ਰਾਤੀ ਵੀ ਮਤਲਬ ਕਿ ਆਉਣ ਵਾਲੀ ਰਾਤ ਨੂੰ ਵੀ ਉਹਨੂੰ ਪਤਾ ਨਹੀਂ ਘਰੇ ਕੀ ਹੋਣਾ ਜਾਂ ਬਾਹਰ ਕੀ ਹੋਣਾ, ਹੈ ਨਾ। ਸੋ ਕਈ ਵਾਰੀ ਅਸੀਂ ਬਿਨਾਂ ਗੱਲ ਤੋਂ ਖਪੇ ਰਹਿੰਦੇ ਹਾਂ। ਫੋਰ ਐਗਜ਼ਾਮਪਲ ਹੁਣ ਮੈਂ ਜਾ ਰਹੀ ਹਾਂ, ਹੈ ਨਾ, ਰਸਤੇ ਦੇ ਵਿੱਚ ਮੇਰੀ ਕਾਰ ਦੀ ਲਾਈਟ ਖਰਾਬ ਹੋ ਗਈ। ਖਰਾਬ ਤਾਂ ਉਹ ਹੈਗੀ ਆ ਜਿੰਨੀ ਦੇਰ ਮਕੈਨਿਕ ਨਹੀਂ ਮਿਲਦਾ, ਪਰ ਅਸੀਂ ਅੰਦਰ ਖਪੀ ਜਾਣਾ ਜਦ ਤੱਕ ਉਹ ਮਕੈਨਿਕ ਨਹੀਂ ਮਿਲ ਜਾਂਦਾ ਉਹਨੂੰ ਠੀਕ ਕਰਨ ਵਾਲਾ। ਜਿੰਨੀ ਦੇਰ ਉਹ ਰੋਡ ਤੇ ਚੱਲ ਰਹੀ ਆ ਅਸੀਂ ਖਪੇ ਹੀ ਰਹਿਣਾ। ਇਹ ਵੀ ਹੋ ਸਕਦਾ ਕਿ ਪਤਾ ਹੀ ਆ ਉਹ ਚੀਜ਼ ਖਰਾਬ ਆ, ਉਹਨੇ ਹੌਲੀ ਹੌਲੀ ਠੀਕ ਹੋ ਹੀ ਜਾਣਾ, ਹੁਣ ਕੀ ਫਾਇਦਾ ਖਪ ਕੇ। ਜਿਹੜੀ ਤੁਸੀਂ ਦੱਸ ਰਹੇ ਹੋ ਇੱਕ ਪਰਿਸਥਿਤੀ ਹੈ, ਇੱਕ ਸਿਚੁਏਸ਼ਨ ਹੈ। ਸਿਚੁਏਸ਼ਨਸ ਲਾਈਫ ਵਿੱਚ ਆਉਣੀਆਂ ਹੀ ਆਉਣੀਆਂ ਹੈ। ਅਸੀਂ ਇਹ ਸਾਡੀ ਐਕਸਪੈਕਟੇਸ਼ਨ ਹੈ ਕਿ ਸਭ ਕੁਝ ਠੀਕ ਰਹੇਗਾ। ਕੱਲ ਮੇਰੀ ਕਾਰ ਠੀਕ ਸੀ, ਅੱਜ ਵੀ ਠੀਕ ਰਹਿਣੀ ਚਾਹੀਦੀ ਹੈ ਨਾ। ਕੱਲ ਲਾਈਟ ਆਈ ਸੀ, ਅੱਜ ਵੀ ਆਣੀ ਚਾਹੀਦੀ ਹੈ। ਕੱਲ ਪਾਣੀ ਆਇਆ ਸੀ, ਅੱਜ ਵੀ ਆਣਾ ਚਾਹੀਦਾ ਹੈ। ਜਿੰਨੀ ਇਸ ਤਰ੍ਹਾਂ ਦੀ ਐਕਸਪੈਕਟੇਸ਼ਨਸ ਅਸੀਂ ਰੱਖਾਂਗੇ ਤੇ ਫਿਰ ਜਦੋਂ ਥੋੜਾ ਜਿਹਾ ਇੱਧਰ ਉੱਧਰ ਹੋਏਗਾ ਅਸੀਂ ਡਿਸਟਰਬ ਹੋ ਜਾਵਾਂਗੇ। ਓਕੇ। ਜਦ ਕਿ ਜੇ ਪਤਾ ਹੀ ਹੈ ਕਿ ਕੋਈ ਵੀ ਚੀਜ਼ ਸਦਾ ਕਾਲ ਵਾਸਤੇ ਇੱਕੋ ਜਿਹੀ ਨਹੀਂ ਰਹਿ ਸਕਦੀ, ਅਸੀਂ ਇੱਕੋ ਜਿਹੇ ਨਹੀਂ ਰਹਿੰਦੇ। ਸਾਡੀ ਅੱਜ ਹੈਲਥ ਠੀਕ ਹੈ, ਕੱਲ ਹੋ ਸਕਦਾ ਕਿ ਛੋਟਾ ਮੋਟਾ ਕੋਈ ਜ਼ੁਕਾਮ ਖਾਂਸੀ ਲੱਗ ਜਾਏ, ਬਿਲਕੁਲ, ਹੈ ਨਾ। ਕੋਈ ਚੀਜ਼ ਹੈ, ਸਾਨੂੰ ਸਭ ਨੂੰ ਪਤਾ ਹੈ ਹਰ ਚੀਜ਼ ਟੈਂਪਰੇਰੀ ਹੈ, ਅਸੀਂ ਹੀ ਟੈਂਪਰੇਰੀ ਹੈ। ਬਿਲਕੁਲ। ਤੇ ਸਾਡੇ ਆਸ-ਪਾਸ ਦੀ ਜਿੰਨੀਆਂ ਵੀ ਚੀਜ਼ਾਂ ਵੀ ਹੈ, ਜਿੰਨੇ ਵੀ ਲੋਕ ਵੀ ਹੈ, ਕੁਝ ਵੀ ਸਭ ਟੈਂਪਰੇਰੀ। ਜਿੰਨਾ ਇਸ ਸੱਤਿਆ ਨੂੰ, ਇਸ ਟਰੂਥ ਨੂੰ ਐਕਸੈਪਟ ਕਰ ਲਾਂਗੇ, ਸਾਡੀ ਐਕਸਪੈਕਟੇਸ਼ਨਸ ਦਾ ਲੈਵਲ ਕਿ ਜਿਹੜਾ ਅਸੀਂ ਹਮੇਸ਼ਾ ਸੋਚਦੇ ਕਿ ਸਭ ਕੁਝ ਠੀਕ ਹੀ ਰਹੇਗਾ, ਉਹ ਘਟੇਗਾ। ਜਦੋਂ ਫਿਰ ਉਹ ਚੀਜ਼ ਕੋਈ ਖਰਾਬ ਚੀਜ਼ ਹੋਏਗੀ ਅਸੀਂ ਉਸ ਵਕਤ ਸਟੇਬਲ ਰਹਿ ਸਕਾਂਗੇ। ਤੇ ਜਿੰਨਾ ਅਸੀਂ ਸਟੇਬਲ ਰਹਿ ਸਕਾਂਗੇ ਉਨੀ ਹੀ ਜਲਦੀ ਅਸੀਂ ਉਸ ਸਿਚੁਏਸ਼ਨ ਨੂੰ ਓਵਰਕਮ ਕਰ ਸਕਾਂਗੇ। ਬਿਲਕੁਲ। ਨਹੀਂ ਤੇ ਕੀ ਹੁੰਦਾ ਕਿ ਨੈਗੇਟਿਵਿਟੀ ਵਿੱਚ ਜਾ ਕੇ ਸਾਡੀ ਮਨ ਦੀ ਜਿਹੜੀ એનર્ਜੀ ਹੈ, ਫਿਜ਼ੀਕਲ એનર્ਜੀ ਹੈ, ਦੋਨੋਂ ਡਾਊਨ ਚਲੀ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਕਿ ਅਸੀਂ ਖਪ ਰਹੇ ਹੈ, ਖਪ ਰਹੇ ਮਤਲਬ ਕਿ ਕੋਈ ਚੀਜ਼ ਖਪਤ ਹੋ ਰਹੀ ਹੈ, ਮਨ ਖਤਮ ਹੋ ਰਹੀ ਹੈ। ਓਕੇ, ਹੈ ਨਾ। ਤੇ ਮਨ ਦੀ એનર્ਜੀ, ਬਾਡੀ ਦੀ એનર્ਜੀ ਖਪਤ ਹੋ ਰਹੀ ਹੈ। ਬਿਲਕੁਲ। ਹੁਣ ਘੱਟ એનર્ਜੀ ਨਾਲ ਅਸੀਂ ਕੋਈ ਸਥਿਤੀ ਪਰਿਸਥਿਤੀ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ, ਚੇਂਜ ਕਰਨਾ ਚਾਹੁੰਦੇ ਹਾਂ, ਨਹੀਂ ਤੇ ਔਖਾ ਹੋ ਜਾਏਗਾ ਨਾ। ਔਖਾ ਹੋ ਜਾਏਗਾ। ਇਸ ਕਰਕੇ ਸਟੇਬਿਲਿਟੀ, ਜਿੰਨੀ ਅਸੀਂ ਸਟੇਬਿਲਿਟੀ ਰੱਖਾਂਗੇ ਉਨੀ ਹੀ ਜਲਦੀ ਅਸੀਂ ਪਰਿਸਥਿਤੀ ਤੇ ਖੁਦ ਹਾਵੀ ਹੋ ਕੇ ਉਹਨੂੰ ਕੰਟਰੋਲ ਕਰ ਪਾਵਾਂਗੇ। ਜਦੋਂ ਮਤਲਬ ਅਸੀਂ ਲੋੜ ਤੋਂ ਬਿਨਾਂ ਗੁੱਸੇ ਹੁੰਨੇ ਆ, ਹਨਾ, ਕਿ ਕਹਿੰਦੇ ਨੇ ਕਿ ਜਿਹੜਾ ਗੁੱਸਾ ਆ ਉਹ ਵੀ ਆਉਣਾ ਜ਼ਰੂਰੀ ਆ। ਜਿਹਨੂੰ ਗੁੱਸਾ ਨਹੀਂ ਹੁੰਦਾ ਉਹ ਮਨੁੱਖ ਨਹੀਂ ਹੁੰਦਾ, ਪਰ ਗੁੱਸੇ ਨੂੰ ਜ਼ਾਹਿਰ ਕਰਨ ਦਾ ਇੱਕ ਤਰੀਕਾ ਹੁੰਦਾ, ਹਨਾ। ਤੇ ਉਹਦਾ ਪਹਿਲਾਂ ਤੁਸੀਂ ਦੱਸੋ ਕਿ ਜੇ ਗੁੱਸਾ ਆਉਂਦਾ ਆ, ਇੱਦਾਂ ਹੋ ਸਕਦਾ ਕਿ ਕੋਈ ਇਨਸਾਨ ਉਹਦਾ ਬਿਨਾਂ ਗੁੱਸੇ ਦੇ ਹੋਵੇ ਦੁਨੀਆ ਤੇ? ਅਗਲਾ ਕੁਐਸਚਨ ਤਾਂ ਮੈਂ ਬਾਅਦ 'ਚ ਪੁੱਛਦੀ ਹਾਂ। ਜੀ ਜ਼ਰੂਰ, ਇਹ ਵੀ ਸਾਡੀ ਇੱਕ ਮਾਨਿਅਤਾ ਹੈ, ਧਾਰਨਾ ਹੈ ਕਿ ਗੁੱਸਾ ਜ਼ਰੂਰੀ ਹੈ। ਅੱਛਾ। ਲੇਕਿਨ ਅਗਰ ਅਸੀਂ, ਮੈਂ ਤੁਹਾਨੂੰ ਹੀ ਪੁੱਛਾਂ ਕਿ ਤੁਹਾਨੂੰ ਗੁੱਸਾ ਕਰਨਾ ਚੰਗਾ ਲੱਗਦਾ? ਨਹੀਂ, ਆ ਜਾਂਦਾ ਪਰ ਨਹੀਂ। ਹਾਂ, ਹੈ ਨਾ। ਕਿਉਂਕਿ ਸਾਡੀ ਸਭ ਦੀ ਇੰਟਰਨਲ ਸਟੇਟ ਕੀ ਹੈ? ਸਾਨੂੰ ਸਭ ਨੂੰ ਸ਼ਾਂਤੀ ਪਸੰਦ ਹੈ, ਸਾਨੂੰ ਸਭ ਨੂੰ ਖੁਸ਼ੀ ਪਸੰਦ ਹੈ। ਬਿਲਕੁਲ, ਹੈ ਨਾ। ਸਾਡੀ ਟਰੂ ਨੇਚਰ ਐਕਚੁਅਲੀ ਵਿੱਚ ਪੀਸ ਹੈ। ਜਿੱਦਾਂ ਤੁਸੀਂ ਅਗਰ ਕਹੋ ਕਿ ਪਾਣੀ ਹੈ, ਪਾਣੀ ਨੂੰ ਜਿੰਨਾ ਮਰਜ਼ੀ ਗਰਮ ਕਰ ਦੋ ਫਿਰ ਕੀ ਹੋਏਗਾ? ਠੰਡਾ ਹੀ ਹੋ ਜਾਂਦਾ, ਠੰਡਾ ਹੋ ਜਾਏਗਾ। ਕਿਉਂ? ਪਾਣੀ ਦੀ ਨੇਚਰ ਹੈ ਸ਼ੀਤਲਤਾ, ਸ਼ੀਤਲਤਾ, ਠੰਡਕ। ਉਸੇ ਤਰ੍ਹਾਂ ਸਾਡੀ ਸਭ ਦੀ ਨੇਚਰ ਹੈ ਸ਼ਾਂਤੀ। ਸਾਨੂੰ ਸਭ ਨੂੰ ਪੀਸ ਪਸੰਦ ਆਉਂਦੀ ਹੈ। ਤੁਸੀਂ ਕਿਸੇ ਵੀ ਇਨਸਾਨ ਨੂੰ ਦੁਨੀਆ ਦੇ ਜਾ ਕੇ ਪੁੱਛ ਲਓ ਕਿ ਅੱਛਾ ਕੀ ਪਸੰਦ ਆਉਂਦਾ? ਗੁੱਸਾ ਕਰਨਾ ਪਸੰਦ ਆਉਂਦਾ ਹੈ ਨਾ। ਉਹ ਕਹੇਗਾ ਨਹੀਂ, ਕਰਨਾ ਪੈਂਦਾ, ਉਹ ਅਲੱਗ ਗੱਲ ਹੈ ਨਾ। ਲੇਕਿਨ ਸਾਨੂੰ ਪਸੰਦ ਤੇ ਨਹੀਂ ਆਉਂਦਾ ਗੁੱਸਾ ਕਰਨਾ। ਬਿਲਕੁਲ। ਕਿਉਂ ਕਰ ਰਹੇ? ਕਿਉਂਕਿ ਸਾਡੀ ਇੱਕ ਪ੍ਰੋਗਰਾਮਿੰਗ ਹੋ ਗਈ ਹੈ ਕਿ ਗੁੱਸਾ ਕਰਨ ਨਾਲ ਕੰਮ ਹੋ ਜਾਂਦਾ ਹੈ।
ਬਿਲਕੁਲ ਅਸੀਂ ਉਹਨੂੰ ਐਜ਼ ਅ ਟੂਲ ਯੂਜ਼ ਕਰ ਰਹੇ ਹਾਂ ਆਪਣਾ ਕੰਮ ਕਰਵਾਉਣ ਵਾਸਤੇ। ਜਦ ਕਿ ਗੁੱਸਾ ਕਰਨ ਨਾਲ ਅਗਰ ਸਾਈਕੋਲੋਜੀਕਲ ਐਂਗਲ ਤੋਂ ਦੇਖੀਏ ਤੇ ਕਿਹਾ ਜਾਂਦਾ ਹੈ 1 ਮਿੰਟ ਦੇ ਗੁੱਸੇ ਦਾ ਅਸਰ ਸਾਡੇ ਬੋਡੀ ਵਿੱਚ 72 ਘੰਟੇ ਤੱਕ ਰਹਿੰਦਾ ਹੈ। ਓਹੋ, ਨੁਕਸਾਨ ਕੀ ਹੁੰਦੇ ਫਿਰ ਉਹਦੇ? ਜਿੱਦਾਂ ਤੁਸੀਂ ਦੇਖਿਆ ਕਿਸੇ ਨੂੰ ਗੁੱਸਾ ਆਉਂਦਾ ਹੈ ਤੇ ਉਦੋਂ ਕਦੀ ਕਦੀ ਥੋੜਾ ਕੰਬਣਾ ਵੀ ਸ਼ੁਰੂ ਹੋ ਜਾਂਦਾ ਹੈ। ਹਾਂਜੀ ਅਸੀਂ ਕਹਿੰਦੇ ਅੱਖਾਂ ਲਾਲ ਹੋ ਗਿਆ, ਚਿਹਰਾ ਲਾਲ ਹੋ ਗਿਆ। ਬਿਲਕੁਲ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਉਸ ਵਕਤ ਸਾਡੀ ਬੋਡੀ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਨੈਗੇਟਿਵ ਹਾਰਮੋਨਸ ਆ ਜਾਂਦੇ ਹੈ। ਕੁਝ ਐਡਰੀਨਲਿਨ ਹੈ, ਕੋਰਟੀਸੋਲ ਹੈ, ਇਹਨਾਂ ਨੂੰ ਸਟ੍ਰੈਸ ਹਾਰਮੋਨਸ ਵੀ ਕਿਹਾ ਜਾਂਦਾ ਹੈ। ਇਹ ਸਾਡੀ ਬੋਡੀ ਵਿੱਚ ਆ ਜਾਂਦੇ ਹੈ। ਜਿੱਦਾਂ ਹੀ ਆਏਂਗੇ ਤੇ ਅਸੀਂ ਦੇਖਦੇ ਹਾਂ ਕਿ ਦਿਲ ਦੀ ਧੜਕਨ ਵੀ ਵੱਧ ਗਈ ਹੈ। ਅਸੀਂ ਇੱਥੋਂ ਤੱਕ ਗੁੱਸੇ ਨੂੰ ਟੈਂਪਰੇਰੀ ਮੈਡਨੈਸ ਕਿਹਾ ਜਾਂਦਾ ਹੈ। ਓਕੇ। ਔਰ ਉਸ ਟੈਂਪਰੇਰੀ ਮੈਡਨੈਸ ਵਿੱਚ ਅਸੀਂ ਇਦਾਂ ਦੇ ਸ਼ਬਦ ਬੋਲ ਦਿੰਦੇ ਹੈ, ਬਾਅਦ ਚੋਂ ਕਹਿੰਦੇ ਨਹੀਂ ਸਾਡਾ ਇਹ ਮਤਲਬ ਨਹੀਂ ਸੀ। ਫਿਰ ਸਾਨੂੰ ਉਹ ਚੀਜ਼ ਨੂੰ ਹੀ ਜਸਟੀਫਾਈ ਕਰਨ 'ਚ ਕਿੰਨਾ ਟਾਈਮ ਲੱਗ ਜਾਂਦਾ ਹੈ। ਬਿਲਕੁਲ ਠੀਕ ਹੈ ਨਾ। ਤਾਂ ਬੋਡੀ ਵਿੱਚ ਜਦੋਂ ਨੈਗੇਟਿਵ ਹਾਰਮੋਨਸ ਆ ਜਾਂਦੇ ਹੈ, ਸਾਡੀ ਬੋਡੀ ਨੂੰ ਉਹ ਬਿਲਕੁਲ ਸਾਡੇ ਜਿਹੜੇ ਇੰਟਰਨਲ ਸੈਲਸ ਹੈ ਜੀ ਉਹ ਇੱਕ ਐਸਿਡ ਵਕਨ ਬੋਡੀ ਦੇ ਸੈਲਸ ਨੂੰ ਖਤਮ ਕਰ ਰਹੇ ਹੁੰਦੇ ਆ। ਓਕੇ। ਸਾਡੇ ਜਿਹੜੇ ਬ੍ਰੇਨ ਦੇ ਨਿਊਰੋਨਸ ਹੈ, ਬ੍ਰੇਨ ਦੇ ਸੈਲਸ ਨੂੰ ਨਿਊਰੋਨਸ ਕਿਹਾ ਜਾਂਦਾ ਹੈ, ਬਹੁਤ ਸਾਰੇ ਨਿਊਰੋਨਸ ਡੈਮੇਜ ਹੋ ਰਹੇ ਹੁੰਦੇ ਹੈ। ਖਿਜਣਾ, ਖਪਣਾ, ਗੁੱਸੇ ਰਹਿਣਾ, ਇਹ ਚੀਜ਼ਾਂ ਤੁਹਾਨੂੰ ਫਿਜ਼ੀਕਲੀ ਮਤਲਬ ਅੰਦਰ ਪ੍ਰੋਬਲਮਸ ਕ੍ਰੀਏਟ ਕਰਦੀਆਂ, ਬਿਮਾਰੀਆਂ ਲਾਉਂਦੀਆਂ, ਹੈ ਨਾ? ਬਿਲਕੁਲ ਜੀ। ਕੋਈ ਵੀ ਤਰ੍ਹਾਂ ਦੀ ਨੈਗੇਟਿਵ ਇਮੋਸ਼ਨ ਸਾਨੂੰ ਬਿਮਾਰੀ ਤਰਫ ਹੀ ਲੈ ਕੇ ਜਾਏਗਾ, ਚਾਹੇ ਉਹ ਗੁੱਸਾ ਹੈ, ਚਾਹੇ ਉਹ ਸਟ੍ਰੈਸ ਹੈ ਜਾਂ ਫੀਅਰ ਹੈ, ਕੋਈ ਵੀ ਤਰ੍ਹਾਂ ਦੀ। ਕਹਿੰਦੇ ਕਿ ਵੱਡੇ ਤੋਂ ਵੱਡੇ ਬੰਦੇ ਵੀ ਮਨ ਨੂੰ ਕਾਬੂ ਨਹੀਂ ਕਰ ਪਾਏ, ਹੈ ਨਾ? ਤੇ ਉਹਦਾ ਮਨ ਨੂੰ ਸ਼ਾਂਤ ਤਾਂ ਰੱਖਿਆ ਜਾ ਸਕਦਾ ਕਿ ਕਿੱਦਾਂ ਦੇ ਢੰਗ ਤਰੀਕੇ ਅਪਣਾਏ ਜਾਣ ਕਿ ਮਨ ਸ਼ਾਂਤ ਰਹੇ? ਪਹਿਲੇ ਤੇ ਇਹਦੀ ਇੰਪੋਰਟੈਂਸ ਸਮਝਣੀ ਪਏਗੀ। ਮਨ ਨੂੰ ਸ਼ਾਂਤ ਰੱਖਣ ਵਾਸਤੇ ਉਹਦੀ ਇੰਪੋਰਟੈਂਸ ਕਿ ਕਿਉਂ ਰੱਖਾਂ ਮੈਂ ਮਨ ਨੂੰ ਸ਼ਾਂਤ। ਅੱਛਾ ਜੀ। ਤੇ ਪਹਿਲੇ ਉਹਦਾ ਪੂਰਾ ਪਤਾ ਹੋਏਗਾ, ਉਹਦੀ ਇੰਪੋਰਟੈਂਸ ਪਤਾ ਹੋਏਗੀ, ਤਦ ਹੀ ਅਸੀਂ ਨੈਕਸਟ ਸਟੈਪ ਤੇ ਜਾ ਸਕਦੇ ਹਾਂ ਕਿ ਮਨ ਨੂੰ ਸ਼ਾਂਤ ਮੈਂ ਕਿਉਂ ਰੱਖਾਂ। ਉਹਦੀ ਜ਼ਰੂਰਤ ਮਹਿਸੂਸ ਹੋਣੀ ਚਾਹੀਦੀ ਹੈ। ਠੀਕ। ਤੇ ਅਗਰ ਅਸੀਂ ਸਮਝੀਏ ਕਿ ਇਸ ਚੀਜ਼ ਨੂੰ ਮੈਂ ਤੁਹਾਨੂੰ ਇੱਕ ਐਕਸਪੈਰੀਮੈਂਟ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਹਦੇ ਨਾਲ ਸਭ ਸਮਝ ਪਾਏਂਗੇ ਕਿ ਮਨ ਦਾ ਇਫੈਕਟ ਕੀ ਹੈ ਸਾਡੇ ਬੋਡੀ ਦੇ ਉੱਪਰ, ਸਾਡੇ ਇਨਵਾਇਰਨਮੈਂਟ ਜਾਂ ਸਾਡੇ ਰਿਸ਼ਤਿਆਂ ਦੇ ਉੱਪਰ ਵੀ। ਜਾਪਾਨ ਦੇ ਇੱਕ ਸਾਇੰਟਿਸਟ ਹੈ ਡਾਕਟਰ ਇਮੋਟੋ। ਉਹਨਾਂ ਨੇ ਇੱਕ ਵਾਰੀ ਇੱਕ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਕੀ ਕੀਤਾ, ਆਪਣੇ ਸਾਹਮਣੇ ਇੱਕ ਪਾਣੀ ਦਾ ਗਲਾਸ ਰੱਖਿਆ, ਪਾਣੀ ਨੂੰ ਸਿੰਪਲ ਦੇਖ ਰਹੇ ਹੈ ਔਰ ਸੋਚ ਰਹੇ ਹੈ। ਸੋਚਿਆ ਤੁਮ ਪਾਣੀ ਬਹੁਤ ਗੰਦੇ ਹੋ, ਤੇਰੇ ਵਿੱਚ ਬੜੇ ਸਾਰੇ ਬੈਕਟੀਰੀਆ ਹੈ, ਤੂੰ ਬਹੁਤ ਬੁਰਾ ਹੈ, ਤੂੰ ਬਹੁਤ ਗੰਦਾ ਹੈ, ਮੈਨੂੰ ਤੂੰ ਬਿਲਕੁਲ ਪਸੰਦ ਨਹੀਂ ਹੈ, ਮੈਂ ਤੈਨੂੰ ਮਾਰ ਦੂੰਗਾ। ਇਦਾਂ ਕਰਦੇ ਹੋਏ 1 ਮਿੰਟ ਉਹਦੇ ਵਾਸਤੇ ਨੈਗੇਟਿਵ ਸੋਚਿਆ। ਪਾਣੀ ਨੂੰ ਟੱਚ ਨਹੀਂ ਕੀਤਾ, ਕੁਝ ਨਹੀਂ ਕੀਤਾ, ਸਿਰਫ ਨੈਗੇਟਿਵ ਸੋਚਿਆ। ਪਾਣੀ ਨੂੰ ਜਮਾ ਦਿੱਤਾ ਗਿਆ। ਜਦੋਂ ਪਾਣੀ ਫਰੀਜ਼ ਹੋ ਜਾਂਦਾ ਹੈ ਉਹਦੇ ਕ੍ਰਿਸਟਲਸ ਬਣ ਜਾਂਦੇ ਹੈ, ਸੋਲਿਡ ਫਾਰਮ ਚ ਆ ਗਿਆ ਨਾ, ਤੇ ਫਿਰ ਉਹਦੇ ਕ੍ਰਿਸਟਲਸ ਬਣ ਜਾਂਦੇ ਹੈ। ਉਹਨੂੰ ਸਪੈਸ਼ਲਾਈਜ਼ਡ ਮਾਈਕਰੋਸਕੋਪ ਵਿੱਚ ਦੇਖਿਆ ਗਿਆ। ਜਦੋਂ ਮਾਈਕਰੋਸਕੋਪ ਵਿੱਚ ਦੇਖਿਆ ਤੇ ਉਹਦੀ ਜਿਹੜੀ ਇਮੇਜ ਬਣੀ ਸੀ ਕ੍ਰਿਸਟਲ ਸੀ ਉਹ ਬਹੁਤ ਅਗਲੀ ਲੁਕਿੰਗ ਸੀ, ਬਹੁਤ ਖਰਾਬ, ਅਨਸਿਮੈਟ੍ਰਿਕਲ ਸੀ। ਇਹ ਰੀਅਲ ਐਕਸਪੈਰੀਮੈਂਟ ਹੈ। ਫਿਰ ਉਸ ਤੋਂ ਬਾਅਦ ਦੁਬਾਰਾ ਪਾਣੀ ਦਾ ਗਲਾਸ ਲਿਆ ਗਿਆ। इस बार पानी ਨੂੰ बोलिया गया, तू पानी बहुत अच्छा है, हम तुम्हें पीते हैं तो हमें लाइफ मिलती है, अगर तू ही ना होती तो लाइफ ही ना होती, हम तुम्हें बहुत प्यार करते हैं, हम तुम्हें बहुत रिस्पेक्ट करते हैं, हम तुम्हें बहुत थैंक यू करते हैं। 1 ਮਿੰਟ ਵਾਸਤੇ ਪੋਜ਼ਿਟਿਵ ਸੋਚਿਆ ਗਿਆ, ਪਾਣੀ ਨੂੰ ਫਰੀਜ਼ ਕਰ ਦਿੱਤਾ ਗਿਆ, ਕ੍ਰਿਸਟਲਸ ਬਣੇ, ਮਾਈਕਰੋਸਕੋਪਸ ਵਿੱਚ ਦੇਖਿਆ ਗਿਆ। ਇਸ ਵਾਰ ਜਿਹੜਾ ਉਹਦੇ ਕ੍ਰਿਸਟਲਸ ਬਣੇ ਸੀ ਉਹ ਬਹੁਤ ਬਹੁਤ ਸੋਹਣੇ ਬਣੇ ਸੀ। ਇਹ ਰੀਅਲ ਐਕਸਪੈਰੀਮੈਂਟ ਹੈ। ਕੋਈ ਵੀ ਜਾ ਕੇ ਗੂਗਲ ਤੇ ਇਹਨੂੰ ਦੇਖ ਸਕਦਾ ਹੈ। ਸਿਰਫ ਗੂਗਲ ਇਮੇजेस ਤੇ ਜਾ ਕੇ ਟਾਈਪ ਕਰੋ ਇਫੈਕਟ ਆਫ ਥਾਟਸ ਔਨ ਵਾਟਰ। ਜਿਹੜੀ ਇਮੇजेस ਦੀ ਮੈਂ ਗੱਲ ਕਰ ਰਹੀ ਹੂੰ ਉਸ ਤੁਸੀਂ ਸਾਰੀ ਦੀ ਸਾਰੀ ਦੇਖ ਸਕਦੇ ਹੋ। ਥੈਂਕ ਯੂ ਵਾਸਤੇ ਅਲੱਗ ਇਮੇਜ ਬਣੀ, ਜਦੋਂ ਲਵ ਯੂ ਬੋਲਿਆ ਗਿਆ ਅਲੱਗ ਇਮੇਜ ਨਿਕਲੀ ਉਹਦੀ ਪਾਣੀ ਦੀ ਕ੍ਰਿਸਟਲ ਦੀ, ਜਦੋਂ ਬੋਲਿਆ ਗਿਆ ਆਈ ਹੇਟ ਯੂ ਤੇ ਉਹਦੀ ਇੱਕ ਅਲੱਗ ਇਮੇਜ ਬਣੀ, ਬਹੁਤ ਬਹੁਤ ਅਗਲੀ ਲੁਕਿੰਗ। ਤਾਂ ਇਹ ਕਹਿੰਦੇ ਨਾ ਕਿ ਜਿਹੜੇ ਪੌਦੇ ਵੀ ਹੁੰਦੇ ਆ ਨਾ ਉਹਨਾਂ ਦੇ ਵਿੱਚ ਵੀ ਕੋਈ ਮਿਊਜ਼ਿਕ ਲਗਾ ਦਿਓ। ਕਹਿੰਦੇ ਨਾ ਕਿ ਆਮ ਬੰਦੇ ਦੇ ਪਾਲੇ ਹੋਏ ਪੌਦੇ ਤੇ ਇੱਕ ਮਾਲੀ ਦੇ ਪਾਲੇ ਹੋਏ ਪੌਦਿਆਂ 'ਚ ਸ਼ਾਇਦ ਇਹੀ ਫਰਕ ਹੁੰਦਾ ਕਿ ਮਾਲੀ ਉਹਨਾਂ ਨੂੰ ਆਪਣਾ ਸਮਝਦਾ। ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਬਹੁਤ ਤਰ੍ਹਾਂ ਦੇ ਸਾਈਕੋਲੋਜੀਕਲ ਐਕਸਪੈਰੀਮੈਂਟਸ ਹੋਏ ਹੈ। 2 ਪੌਦੇ ਲਏ ਗਏ, ਇੱਕੋ ਹੀ ਬੀਜ ਸੀ, ਇੱਕੋ ਹੀ ਤਰ੍ਹਾਂ ਦੀ ਉਹਨਾਂ ਨੂੰ ਇਨਵਾਇਰਨਮੈਂਟਲ ਕੰਡੀਸ਼ਨਸ ਦਿੱਤੀਆਂ ਗਈਆਂ, ਖਾਦ ਪਾਣੀ ਸਭ ਕੁਝ ਸੇਮ ਦਿੱਤਾ ਗਿਆ। ਲੇਕਿਨ ਫਰਕ ਕਿੱਥੇ ਲਿਆਂਦਾ ਗਿਆ? ਇੱਕ ਪੌਦੇ ਨੂੰ ਕਿਹਾ ਗਿਆ ਕਿ ਤੂੰ ਬਹੁਤ ਗੰਦਾ ਹੈ, ਤੇਰਾ ਕਲਰ ਕਿੰਨਾ ਗੰਦਾ ਹੈ, ਮੈਨੂੰ ਬਿਲਕੁਲ ਪਸੰਦ ਨਹੀਂ ਹੈ, ਤੇਰੇ ਵਿੱਚੋਂ ਤੇ ਬਦਬੂ ਵੀ ਆਉਂਦੀ ਹੈ, ਮੈਨੂੰ ਤੂੰ ਚੰਗਾ ਨਹੀਂ ਲੱਗਦਾ। ਔਰ ਦੂਸਰੇ ਪੌਦੇ ਨੂੰ ਤੂੰ ਬਹੁਤ ਸੋਹਣਾ ਹੈ, ਤੇਰਾ ਕਲਰ ਕਿੰਨਾ ਸੋਹਣਾ ਹੈ, ਤੇਰੇ ਤੋਂ ਕਿੰਨੀ ਖੁਸ਼ਬੂ ਆਉਂਦੀ ਹੈ, ਤੇਰੇ ਤੋਂ ਮੈਨੂੰ ਕਿੰਨੀ ਪੋਜ਼ਿਟਿਵ ਵਾਈਬ੍ਰੇਸ਼ਨਸ ਆ ਰਹੀਆਂ, ਆਕਸੀਜਨ ਮਿਲ ਰਹੀ, ਚੰਗਾ ਚੰਗਾ ਬੋਲਿਆ 1 ਮਹੀਨੇ ਵਾਸਤੇ। ਔਰ ਉਹ ਸਕੂਲ 'ਚ ਹੋਇਆ ਸੀ ਐਕਸਪੈਰੀਮੈਂਟ ਤੇ ਕਾਫੀ ਸਾਰੇ ਬੱਚੇ ਦੱਸਿਆ ਗਿਆ ਸੀ ਇਹਨੂੰ ਨੈਗੇਟਿਵ ਬੋਲਣਾ ਹੈ, ਜਾ ਕੇ ਇਹਨੂੰ ਪੋਜ਼ਿਟਿਵ ਬੋਲਣਾ ਹੈ।
1 ਮਹੀਨੇ ਬਾਅਦ ਇਹ ਵੀ ਤੁਸੀਂ ਗੂਗਲ ਤੇ ਇਮੇजेस ਚੈੱਕ ਕਰ ਸਕਦੇ ਹੋ ਜੀ। ਜਿਹਨੂੰ 네ਗੇਟਿਵ ਬੋਲਿਆ ਗਿਆ ਉਹ ਮੁਰਝਾਣਾ ਸ਼ੁਰੂ ਹੋ ਗਿਆ Okay. ਉਹਦੇ ਕੁਝ ਪੱਤੇ ਸੜੇ ਹੋਏ ਸੀ ਔਰ ਉਹਦੀ ਗਰੋਥ ਵੀ ਘੱਟ ਸੀ ਜਦੋਂ ਕਿ ਜਿਹਨੂੰ ਪੋਜ਼ਿਟਿਵ ਬੋਲਿਆ ਗਿਆ ਉਹ ਜ਼ਿਆਦਾ ਵਧੀਆ। ਪੌਦੇ ਦੀ ਗਰੋਥ ਬਹੁਤ ਅੱਛੀ ਸੀ ਉਹਦੀ ਗ੍ਰੀਨਰੀ ਅਗਰ ਅਸੀਂ ਦੇਖੀਏ ਉਹਦੀ ਸ਼ਾਈਨ ਦੇਖੀਏ ਉਹ ਬਹੁਤ ਸੋਹਣੀ ਇਦਾਂ ਸੀ ਘਰੇ ਵੀ ਹੁੰਦਾ ਨਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਾਰੀ ਦਿਹਾੜੀ ਕਹਿੰਦੇ ਰਹਿੰਦੇ ਆ ਨਹੀਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਉਹ ਮੁਰਝਾਉਣ ਜਿਹੇ ਲੱਗ ਜਾਂਦੇ ਆ। ਬਿਲਕੁਲ ਸਹੀ ਕਹਿ ਜਿਨ੍ਹਾਂ ਦੀ ਪਰਵਰਿਸ਼ ਥੋੜੇ ਖੁੱਲੇ ਮਾਹੌਲ 'ਚ ਹੁੰਦੀ ਆ ਉਹ ਪੋਜ਼ਿਟਿਵ ਹੋਣ ਲੱਗ ਜਾਂਦੇ ਨੇ ਨਾ। ਇੱਕ ਹੋਰ ਬੜੇ ਕਦੇ-ਕਦੇ ਦਿਲ ਨੂੰ ਚੀਜ਼ ਮਤਲਬ ਟੁੰਬਦੀ ਕਹਿ ਲਓ ਬੜੀ ਲੱਗਦੀ ਹੈ ਕਿ ਹੁਣ ਮੇਰੀ ਜ਼ਿੰਦਗੀ ਹੈ ਜਾਂ ਤੁਹਾਡੀ ਜ਼ਿੰਦਗੀ ਹੈ ਨਾ। ਸਾਡੀ ਜ਼ਿੰਦਗੀ ਦੇ ਵਿੱਚ ਮੰਨ ਲਓ ਟੋਟਲ 10 ਚੀਜ਼ਾਂ ਹੋਈਆਂ, 10 ਦੇ ਵਿੱਚੋਂ 4 ਸਾਡੇ ਨਾਲ ਮਾੜੀਆਂ ਹੋਈਆਂ, 6 ਸਾਡੇ ਨਾਲ ਚੰਗੀਆਂ ਹੋਈਆਂ। ਉਹ 6 ਚੰਗੀਆਂ ਨਹੀਂ ਬਾਰ-ਬਾਰ ਚੇਤੇ ਆਉਂਦੀਆਂ, 4 ਮਾੜੀਆਂ ਸਾਨੂੰ ਬਹੁਤ ਸਤਾਉਂਦੀਆਂ। ਬਿਲਕੁਲ ਸਹੀ ਕਹਿ ਰਹੇ ਹੋ ਕਿ ਅੱਜ ਸਭ ਦਾ ਸਾਡਾ ਮਾਈਂਡਸੈਟ ਹੈ ਕਿ 네ਗੇਟਿਵਿਟੀ ਵੱਲ ਹੀ ਧਿਆਨ ਜਾਂਦਾ ਹੈ। ਅੱਜ ਅਗਰ ਅਸੀਂ ਆਪਣੇ ਐਟੀਟਿਊਡ ਨੂੰ ਹੀ ਚੈੱਕ ਕਰੀਏ, ਆਪਣੇ ਮਨ ਨੂੰ ਚੈੱਕ ਕਰੀਏ ਤੇ ਅਸੀਂ ਕੋਈ ਵੀ ਇੱਕ ਚੀਜ਼ ਚੁੱਕ ਲਈਏ, ਅੱਜ ਇਹ ਸੋਫਾ ਹੀ ਹੈ ਨਾ, ਇਹਨੂੰ ਹੀ ਦੇਖੀਏ ਮੈਨੂੰ ਇਹਦਾ ਕਲਰ ਅੱਛਾ ਲੱਗ ਰਿਹਾ ਕਿ ਖਰਾਬ ਲੱਗ ਰਿਹਾ। ਇਸ ਤਰ੍ਹਾਂ ਇੱਕ ਵਿਅਕਤੀ ਆਪਣੇ ਮਾਈਂਡ ਦੀ ਸਕਰੀਨ ਤੇ ਉੱਪਰ ਲੈ ਕੇ ਆਈਏ, ਦੇਖੋ ਉਹਦੇ ਬਾਰੇ, ਮੇਰਾ ਮਨ ਉਹਦੇ ਬਾਰੇ ਪੋਜ਼ਿਟਿਵ ਸੋਚ ਰਿਹਾ ਹੈ 네ਗੇਟਿਵ ਸੋਚ ਰਿਹਾ ਹੈ। ਕੋਈ ਇੱਕ ਪਰਿਸਥਿਤੀ ਲੈ ਕੇ ਆਓ ਕਿ ਕੁਝ ਹੋਇਆ ਪਾਸਟ ਵਿੱਚ ਜਾਂ ਹੁਣੇ ਅੱਜ ਕੋਈ ਇਨਫੋਰਮੇਸ਼ਨ ਆਈ ਤੇ ਉਹਦੇ ਬਾਰੇ ਅਸੀਂ ਦੇਖੀਏ ਮੇਰਾ ਮਨ ਉਹਦੇ ਬਾਰੇ ਪੋਜ਼ਿਟਿਵ ਸੋਚ ਰਿਹਾ ਹੈ 네ਗੇਟਿਵ ਸੋਚ ਰਿਹਾ ਹੈ। ਅਗਰ ਬਾਰ-ਬਾਰ ਮੇਰੇ ਮਨ ਵਿੱਚ ਆ ਰਿਹਾ ਨਾ ਇਹ ਠੀਕ ਨਹੀਂ, ਉਹ ਠੀਕ ਨਹੀਂ, ਇਹ ਇਦਾਂ ਨਹੀਂ ਕਰਨਾ ਚਾਹੀਦਾ, ਇਹਦਾ ਮਤਲਬ ਮੇਰਾ ਮਾਈਂਡ 네ਗੇਟਿਵਿਟੀ ਵਾਸਤੇ ਪ੍ਰੋਗਰਾਮਡ ਹੋ ਗਿਆ ਹੈ। ਇਹਦਾ ਮਤਲਬ ਕਿ ਸਾਹਮਣੇ ਵਾਲੇ 'ਚ ਦਿੱਕਤ ਨਹੀਂ ਆ, ਤੁਹਾਨੂੰ ਹਰ ਬੰਦਾ ਜੇ 네ਗੇਟਿਵ ਲੱਗ ਰਿਹਾ ਦਿੱਕਤ ਤੁਹਾਡੇ ਆਪਣੇ 'ਚ ਆ। ਬਿਲਕੁਲ ਸਹੀ ਕਹਿ ਰਹੇ ਹੋ। ਸਾਡੀ ਪਰਸੈਪਸ਼ਨ, ਸਾਡਾ ਐਟੀਟਿਊਡ 네ਗੇਟਿਵ ਬਣ ਗਿਆ ਹੈ। ਇਸ ਕਰਕੇ ਅਸੀਂ ਕਿਉਂਕਿ ਹਰ ਇਨਸਾਨ ਕਹਿ ਲਈਏ ਜਾਂ ਹਰ ਪਰਿਸਥਿਤੀ ਕਹਿ ਲਈਏ ਉਹਦੇ ਵਿੱਚ ਕੁਝ 네ਗੇਟਿਵ ਵੀ ਹੈ ਤੇ ਕੁਝ ਪੋਜ਼ਿਟਿਵ ਵੀ ਹੈ। ਇਹਨੂੰ ਸਮਝਣ ਵਾਸਤੇ ਅਸੀਂ ਇੱਕ ਹੋਰ ਚੀਜ਼ ਜਿੱਦਾਂ ਸਮਝ ਸਕਦੇ ਹਾਂ, ਜਿੱਦਾਂ ਕਿ ਇੱਕ ਛੋਟੀ ਜਿਹੀ ਕਹਾਣੀ ਵਰਗੀ ਹੈ ਕਿ ਜਿੱਦਾਂ ਇੱਕ ਪਰਸਨ ਸੀ, ਇੱਕ ਆਦਮੀ ਸੀ ਜੀ, ਉਹ ਲਿਖ ਰਿਹਾ ਸੀ, ਇੱਕ ਲੈਟਰ ਲਿਖ ਰਿਹਾ ਸੀ ਰਾਤ ਨੂੰ ਕਿ ਮੇਰਾ ਪਿਛਲਾ ਸਾਲ ਬਹੁਤ ਬੁਰਾ ਰਿਹਾ। ਓਕੇ। ਮੇਰੇ ਪਿਛਲੇ ਸਾਲ ਵਿੱਚ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਬੜੀ ਬੁਰੀ ਤਰ੍ਹਾਂ ਫ੍ਰੈਕਚਰ ਆ ਗਿਆ, ਉਹ 6 ਮਹੀਨੇ ਬੈੱਡ ਤੇ ਪਿਆ ਰਿਹਾ, ਮੇਰਾ ਪਿਛਲਾ ਸਾਲ ਬਹੁਤ ਬੁਰਾ ਰਿਹਾ। ਫਿਰ ਉਹਨੇ ਲਿਖਿਆ ਕਿ ਪਿਛਲਾ ਸਾਲ ਮੇਰਾ ਹੋਰ ਵੀ ਬਹੁਤ ਬੁਰਾ ਰਿਹਾ, ਮੇਰੇ ਪਿਤਾ ਜੀ ਦੀ ਮ੍ਰਿਤਿੂ ਹੋ ਗਈ। ਉਹਨਾਂ ਨੇ ਬੜੀ ਬਿਮਾਰੀ ਸੀ ਲੇਕਿਨ ਉਹਨਾਂ ਦੀ ਮ੍ਰਿਤਿੂ ਹੋ ਗਈ, ਮੇਰਾ ਸਾਲ ਬੜਾ ਬੁਰਾ ਰਿਹਾ। ਫਿਰ ਉਹਨਾਂ ਨੇ ਲਿਖਿਆ ਕਿ ਮੈਂ ਪਿਛਲੇ ਸਾਲ ਰਿਟਾਇਰ ਹੋ ਗਿਆ ਤੇ ਮੇਰੀ ਅੱਛੀ ਖਾਸੀ ਨੌਕਰੀ ਹੁਣ ਮੈਂ ਨਹੀਂ ਕਰ ਪਾ ਰਿਹਾ, ਮੇਰਾ ਪਿਛਲਾ ਸਾਲ ਬਹੁਤ ਬੁਰਾ ਰਿਹਾ। ਇੱਦਾਂ 2-3 ਚੀਜ਼ਾਂ ਹੋਰ ਲਿਖੀਆਂ ਕਿ ਪਿਛਲੇ ਸਾਲ ਬਾਰੇ ਕਿ ਇੱਦਾਂ 네ਗੇਟਿਵ ਹੋਇਆ, ਇੱਦਾਂ 네ਗੇਟਿਵ ਹੋਇਆ। ਤੇ ਜਦੋਂ ਉਹਨਾਂ ਦੀ ਵਾਈਫ ਨੇ ਉਹ ਪੜ੍ਹਿਆ ਕਿ ਉਹਨਾਂ ਨੇ ਇੱਦਾਂ ਲੈਟਰ ਤੇ ਲਿਖਿਆ ਹੋਇਆ, ਉਹ ਲਿਖ ਰਹੇ ਸੀ ਇੱਦਾਂ, ਤੇ ਉਹਨੇ ਕੀ ਕੀਤਾ, ਉਸੀ ਸੈਂਟੈਂਸਸ ਦੇ ਅੱਗੇ ਕੁਝ ਹੋਰ ਲਿਖਿਆ। ਅੱਛਾ। ਉਹਨਾਂ ਨੇ ਲਿਖਿਆ ਕਿ ਪਿਛਲੇ ਸਾਲ ਸਾਡੇ ਬੇਟੇ ਦਾ ਐਕਸੀਡੈਂਟ ਹੋਇਆ ਲੇਕਿਨ ਇੰਨੇ ਵੱਡੇ ਐਕਸੀਡੈਂਟ ਤੋਂ ਬਾਅਦ ਵੀ ਉਹ ਬਚ ਗਿਆ। ਬਿਊਟੀਫੁਲ। 6 ਮਹੀਨੇ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਚੱਲ ਕੇ ਫਿਰ ਪੂਰੇ ਕੰਮ ਧੰਦੇ ਉਦਾਂ ਹੀ ਕਰ ਰਿਹਾ ਸੀ, ਮੇਰਾ ਬੇਟਾ ਬਚ ਗਿਆ। ਬਿਊਟੀਫੁਲ। ਪਿਛਲੇ ਸਾਲ ਮੇਰੇ ਸਸੁਰ ਦੀ ਮ੍ਰਿਤਿੂ ਹੋ ਗਈ, ਇੰਨੀ ਲੰਬੀ ਬਿਮਾਰੀ ਤੋਂ ਬਾਅਦ ਜਿਹਦੇ ਵਿੱਚ ਉਹ ਬਹੁਤ ਦੁੱਖ ਭੋਗ ਰਹੇ ਸੀ। ਆਖਿਰਕਾਰ ਉਹਨਾਂ ਦੀ ਉਹ ਦੁੱਖ ਖਤਮ ਹੋ ਗਿਆ, ਆਖਿਰਕਾਰ ਉਹਨਾਂ ਦੀ ਉਹ ਪੇਨ ਖਤਮ ਹੋ ਗਈ। ਹੁਣ ਉਹ ਰੱਬ ਕੋਲ ਹੈ ਜਿੱਥੇ ਹੈ ਖੁਸ਼ ਰਹਿਣ, ਉਹ ਆਪਣੀ ਬਿਮਾਰੀ ਤੋਂ ਮੁਕਤ ਹੋ ਗਏ। ਫਿਰ ਉਹਨਾਂ ਨੇ ਲਿਖਿਆ ਕਿ ਰਿਟਾਇਰ ਹੋ ਗਿਆ ਸੀ ਕਿ ਉਹ ਵੀ ਇੱਕ ਉਹਨਾਂ ਵਾਸਤੇ ਪ੍ਰੋਬਲਮ ਸੀ, ਤੇ ਉਹਨੇ ਕੀ ਲਿਖਿਆ ਕਿ ਪਿਛਲੇ ਸਾਲ ਮੇਰੇ ਪਤੀ ਰਿਟਾਇਰ ਹੋ ਗਏ। ਉਹ ਇੰਨੇ ਸਾਲਾਂ ਤੋਂ ਉਹਨਾਂ ਦੀ ਬੜੀ ਸਾਰੀ ਕੁਝ ਹੌਬੀਜ਼ ਸੀ, ਕੁਝ ਸ਼ੌਂਕ ਸੀ, ਉਹ ਕਰਨਾ ਚਾਹ ਰਹੇ ਸੀ ਲੇਕਿਨ ਉਹ ਕਰ ਨਹੀਂ ਪਾ ਰਹੇ ਸੀ ਕਿਉਂਕਿ ਜੌਬ ਦੀ ਰਿਸਪੌਂਸਿਬਿਲਿਟੀ ਸੀ, ਹੋਰ ਕੁਝ ਸੀ। ਹੁਣ ਉਹ ਰਿਟਾਇਰ ਹੋ ਕੇ ਉਹ ਆਪਣੀ ਜੌਬ, ਆਪਣੀ ਹੌਬੀਜ਼ ਹੈ, ਆਪਣੇ ਕੁਝ ਹੋਰ ਏਮ ਹੈ, ਕੁਝ ਸ਼ੌਂਕ ਹੈ, ਉਹ ਪੂਰੇ ਕਰ ਪਾ ਰਹੇ ਹੈ। ਉਹ ਬੜੇ ਅੱਛੇ ਤਰੀਕੇ ਨਾਲ ਜੌਬ ਤੋਂ ਰਿਟਾਇਰ ਹੋ ਕੇ ਅੱਜ ਆਪਣੇ ਬੜੀ ਨਵੀਂ ਪਾਰੀ ਖੇਲ ਰਹੇ ਹੈ, ਬੜੇ ਸੋਹਣੇ ਤਰੀਕੇ ਨਾਲ ਆਪਣੇ ਹੋਰ ਗੋਲਸ ਔਰ ਆਪਣੀ ਹੌਬੀਜ਼ ਨੂੰ ਪਰਸਿਊ ਕਰ ਰਹੇ ਹੈ। ਬਿਲਕੁਲ। ਤੇ ਉਹੀ ਗੱਲ ਹੈ, ਸਿਚੁਏਸ਼ਨਸ ਹੈ, ਉਹਨੂੰ ਮੈਂ ਕਿਸ ਨਜ਼ਰੀਏ ਨਾਲ ਦੇਖਦੀ ਹਾਂ ਉਹ ਮੇਰੇ ਉੱਪਰ ਡਿਪੈਂਡ ਕਰਦਾ ਹੈ ਕਿ ਮੈਂ ਹੀ ਉਸੇ ਸਿਚੁਏਸ਼ਨ ਵਿੱਚ 네ਗੇਟਿਵਿਟੀ ਲੱਭ ਲਈ ਤੇ ਕਿਸੇ ਨੇ ਉਸੇ ਸਿਚੁਏਸ਼ਨ ਵਿੱਚ ਪੋਜ਼ਿਟਿਵਿਟੀ ਲੱਭ ਲਈ। ਬਿਲਕੁਲ। ਮੈਂ ਤੁਹਾਡੇ ਨਾਲ ਇਹੀ ਗੱਲ ਕਰ ਰਹੀ ਸੀ ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂ ਕੀਤੀ, ਮਨ ਨੂੰ, ਦਿਮਾਗ ਨੂੰ, ਦਿਲ ਨੂੰ ਸ਼ਾਂਤ ਕਰਨ ਦਾ, ਕਾਬੂ ਕਰਨ ਦਾ ਕੋਈ ਤਰੀਕਾ ਜਿਹਦੇ ਤੇ ਆਪਾਂ ਗੱਲ ਰਹਿ ਗਈ ਆਪਣੇ ਵਿੱਚ। ਜੀ ਜ਼ਰੂਰ। ਤੇ ਜਿੱਦਾਂ ਮੈਂ ਤੁਹਾਨੂੰ ਉਹਦੇ ਬਾਰੇ ਕਹਿ ਰਹੀ ਸੀ ਕਿ ਮਨ ਨੂੰ ਕਾਬੂ ਕਰਨ ਵਾਸਤੇ ਪਹਿਲੇ ਉਹਨੂੰ ਸਮਝਣਾ ਜ਼ਰੂਰੀ ਹੈ ਕਿ ਕਾਬੂ ਕਰਨਾ ਕਿਉਂ ਹੈ। ਓਕੇ।
ਠੀਕ ਹੈ, ਤੇ ਉਹਦੇ ਵਾਸਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਡਾਕਟਰ ਇਮੋਟੋ ਦਾ ਐਕਸਪੈਰੀਮੈਂਟ ਦੱਸਿਆ ਹੈ ਬਿਲਕੁਲ। ਨਾ, ਫਿਰ ਅਸੀਂ ਪੌਦਿਆਂ ਦੇ ਉੱਪਰ ਵੀ ਗੱਲ ਕੀਤੀ ਕਿ ਪੌਦਿਆਂ ਦੇ ਉੱਪਰ ਵੀ ਸਾਡੇ ਵਿਚਾਰਾਂ ਦਾ ਅਸਰ ਆ ਜਾਂਦਾ ਹੈ, ਪਾਣੀ ਦੇ ਉੱਪਰ ਅਸਰ ਆ ਗਿਆ। ਬਿਲਕੁਲ। ਜੇ ਹੁਣ ਅਸੀਂ ਇਸ ਐਕਸਪੈਰੀਮੈਂਟ ਤੋਂ ਦੇਖੀਏ, ਅਸੀਂ ਐਕਸਪੈਰੀਮੈਂਟ ਤੋਂ ਕੀ ਸਮਝੀਦਾ, ਕੀ ਸਾਨੂੰ ਸਮਝ ਆਉਂਦੀ ਹੈ? ਮੇਰੇ ਹਿਸਾਬ ਦੇ ਨਾਲ ਇਹੀ ਲੱਗਦਾ ਕਿ ਜਿਹੜੀ ਚੀਜ਼ ਨੂੰ ਜਿਸ ਨਜ਼ਰੀਏ ਦੇ ਨਾਲ ਦੇਖਾਂਗੇ ਉਹ ਉਵੇਂ ਹੀ ਹੋਏਗੀ। ਇਹਨੂੰ ਥੋੜਾ ਗਹਿਰਾਈ ਨਾਲ ਸਮਝਦੇ ਹਾਂ ਜੀ। ਦੇਖੋ, ਜਦੋਂ ਅਸੀਂ ਸਭ ਤੋਂ ਪਹਿਲੇ ਸੋਚ ਕੌਣ ਰਿਹਾ ਹੈ? ਮਨ ਸੋਚ ਰਿਹਾ ਹੈ, ਠੀਕ। ਤੇ ਅਸੀਂ ਦੇਖ ਰਹੇ ਹਾਂ ਜਦੋਂ ਅਸੀਂ ਨੈਗੇਟਿਵ ਸੋਚਿਆ, ਬਾਹਰ ਜਿਹੜਾ ਪਾਣੀ ਹੈ ਉਹਦੇ ਤੇ ਨੈਗੇਟਿਵ ਅਸਰ ਆ ਗਿਆ, ਮਾਨੋ ਉਹਦੇ ਕ੍ਰਿਸਟਲਸ ਹੀ ਬਹੁਤ ਅਗਲੀ ਲੁਕਿੰਗ ਨੈਗੇਟਿਵ ਬਣ ਗਏ, ਹੈ ਨਾ, ਬੜੇ ਅਨਸਿਮੈਟ੍ਰਿਕਲ ਜੇ ਬਣ ਗਏ। ਜਦੋਂ ਹੁਣ ਮੈਂ ਨੈਗੇਟਿਵ ਸੋਚਾਂਗੀ ਕਿ ਮੇਰਾ ਮਨ ਤੇ ਅਸਰ ਨਹੀਂ ਆਏਗਾ, ਮੇਰੇ ਮਨ ਦੀ ਸ਼ਕਤੀ ਘਟੇਗੀ। ਤੁਸੀਂ ਅਸੀਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ ਹੋਇਆ ਹੈ, ਜਿਸ ਦਿਨ ਬਹੁਤ ਗੁੱਸਾ ਕੀਤਾ ਹੋਏ, ਬੜਾ ਟੈਨਸ਼ਨ ਲਿਆ ਹੋਵੇ, ਤੇ ਸਾਰਾ ਕੁਝ ਭਾਰੀ ਹੋ ਜਾਂਦਾ ਹੈ, ਸਾਰਾ ਕੁਝ ਹੈਵੀ ਹੋ ਜਾਂਦਾ ਹੈ। ਦੁੱਖ ਦਾ ਅਸੀਂ ਕਹਿੰਦੇ ਅੱਜ ਬੜਾ ਸਿਰ ਭਾਰੀ ਹੋਇਆ ਹੈ, ਕਿ ਤੁਸੀਂ ਚੈੱਕ ਕਰਨਾ ਉਸ ਦਿਨ ਅਸੀਂ ਬਹੁਤ ਜ਼ਿਆਦਾ ਨੈਗੇਟਿਵ ਸੋਚਿਆ ਹੋਏਗਾ। ਤੇ ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ, ਪਹਿਲਾ ਅਸਰ ਸਾਡੇ ਮਨ ਤੇ ਉੱਪਰ ਆਉਂਦਾ ਹੈ, ਮਨ ਦੀ ਸ਼ਕਤੀ, ਮਨ ਦੀ એનર્ਜੀ ਘਟ ਜਾਂਦੀ ਹੈ ਜੀ। ਉਹਦੇ ਕਰਕੇ ਉਹ ਭਾਰੀ ਫੀਲ ਹੁੰਦਾ ਹੈ, ਦਰਦ ਫੀਲ ਹੁੰਦਾ ਹੈ। ਦੂਸਰਾ ਅਸਰ, ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਤੇ ਦੂਸਰਾ ਅਸਰ ਸਾਡੀ ਬਾਡੀ ਤੇ ਆਉਂਦਾ ਹੈ। ਹੁਣ ਅਸੀਂ ਕਹਿ ਰਹੇ ਹਾਂ ਕਿ ਪਾਣੀ ਦੇ ਉੱਪਰ ਅਸਰ ਆ ਗਿਆ, ਹੈ ਨਾ, ਪਾਣੀ ਬਾਹਰ ਹੈ, ਉਹਦੇ ਤੇ ਅਸਰ ਆ ਗਿਆ। ਸਾਡੀ ਖੁਦ ਦੀ ਬਾਡੀ ਵਿੱਚ ਕਿੰਨੇ % ਪਾਣੀ ਹੈ? 70% ਸਾਡੀ ਬਾਡੀ ਵਿੱਚ ਪਾਣੀ ਹੈ ਨਾ। ਤੇ ਬਾਹਰ ਵਾਲੇ ਪਾਣੀ ਤੇ ਅਸਰ ਹੋ ਗਿਆ ਸਾਡੇ ਵਿਚਾਰਾਂ ਦਾ, ਤੇ ਸਾਡੀ ਖੁਦ ਦੇ ਬਾਡੀ ਤੇ ਕਿਉਂ ਨਹੀਂ ਹੋਏਗਾ ਨਾ। ਇੱਕ ਸੈੱਲ ਵਿੱਚ ਪਾਣੀ ਹੈ, ਇੱਕ ਸੈੱਲ ਵਿੱਚ ਜਾ ਕੇ ਉਹ ਸਾਡੇ ਨੈਗੇਟਿਵ ਥਾਟਸ ਦਾ ਅਸਰ ਹੋਏਗਾ, ਉੱਥੇ ਜਾ ਕੇ ਉਹ ਨੈਗੇਟਿਵ ਕ੍ਰਿਸਟਲਸ ਬਣਨਗੇ, ਅਨਸਿਮੈਟ੍ਰਿਕਲ ਕ੍ਰਿਸਟਲਸ ਬਣਨਗੇ। ਹੁਣ ਉਹ ਕੀ ਹੋਏਗਾ? ਮੰਨ ਲਓ ਅੱਜ ਜਿਹੜਾ ਡਾਕਟਰਸ ਕਹਿ ਰਹੇ ਕਿ ਸਟ੍ਰੈਸ ਦੀ ਵਜ੍ਹਾ ਨਾਲ ਬਿਮਾਰੀਆਂ ਹੋ ਰਹੀਆਂ, ਉਹਦਾ ਕਾਰਨ ਇਹੀ ਹੈ ਕਿ ਸਾਡੇ ਇੱਕ ਦੋ ਵਾਰੀ ਅਸੀਂ ਨੈਗੇਟਿਵ ਸੋਚਦੇ ਹਾਂ ਨਾ, ਤਾਂ ਕੋਈ ਫਰਕ ਨਹੀਂ ਪਏਗਾ, ਸਾਡੀ ਬਾਡੀ ਵਿੱਚ ਇੰਨੀ ਤਾਕਤ ਹੈ, ਆਪਣੇ ਆਪ ਨੂੰ ਦੁਬਾਰਾ ਠੀਕ ਕਰ ਲੇਗੀ, ਹੀਲ ਕਰ ਲੇਗੀ। ਲੇਕਿਨ ਕੋਈ ਇਨਸਾਨ ਹੈ ਬਹੁਤ ਨੈਗੇਟਿਵ ਸੋਚਦਾ ਹੈ, ਬਹੁਤ ਜ਼ਿਆਦਾ ਨੈਗੇਟਿਵ ਸੋਚਦਾ ਹੈ, ਤੇ ਮੈਕਸਿਮਮ ਉਹਦੇ ਤੋਂ ਮਤਲਬ ਪੂਰੀ ਬਾਡੀ ਨੂੰ ਕਿਹੜੀਆਂ ਵਾਈਬ੍ਰੇਸ਼ਨਸ ਮਿਲ ਰਹੀਆਂ? ਨੈਗੇਟਿਵ ਮਿਲ ਰਹੀਆਂ ਨਾ। ਤੇ ਹੌਲੀ ਹੌਲੀ ਸਾਡੇ ਸੈਲਸ ਵਿੱਚ ਉਹੀ ਨੈਗੇਟਿਵਿਟੀ ਜਾਈ ਜਾ ਰਹੀ ਹੈ, ਉਹ ਡੀਫਾਰਮਡ ਸੈਲਸ ਬਣੀ ਜਾ ਰਹੇ। ਡੀਫਾਰਮਡ ਸੈਲਸ ਹੌਲੀ ਹੌਲੀ ਕੀ ਹੁੰਦਾ ਕਿ ਉਹ ਡੀਫਾਰਮਡ ਅਨਸਿਮੈਟ੍ਰਿਕਲ ਸੈਲਸ ਪ੍ਰੋਪਰਲੀ ਫੰਕਸ਼ਨ ਨਹੀਂ ਕਰ ਪਾਉਂਦੇ। ਓਕੇ। ਔਰ ਉਹਦੇ ਕਰਕੇ ਮੰਨ ਲਓ ਕਿਸੇ ਦਾ ਕਿਡਨੀ ਹੈ ਜਾਂ ਲਿਵਰ ਹੈ ਜਾਂ ਹਾਰਟ ਹੈ, ਉਹ ਪ੍ਰੋਪਰਲੀ ਵਰਕ ਨਹੀਂ ਕਰ ਪਾਏਗਾ ਕਿਉਂਕਿ ਸੈਲਸ ਹੀ ਡੀਫਾਰਮਡ ਹੋ ਚੁੱਕੇ। ਇਸ ਕਰਕੇ ਕਿਹਾ ਜਾਂਦਾ ਕਿ ਸਟ੍ਰੈਸ ਦੀ ਵਜ੍ਹਾ ਨਾਲ ਕੋਈ ਲਿਵਰ ਪ੍ਰੋਬਲਮ ਆ ਗਈ, ਜਾਂ ਮੈਕਸਿਮਮ ਕਿਹਾ ਜਾਂਦਾ ਹਾਰਟ ਪ੍ਰੋਬਲਮ ਆ ਗਈ। ਠੀਕ ਹੈ ਨਾ। ਉਹ ਕਿਉਂ ਆਈ? ਕਿਉਂਕਿ ਨੈਗੇਟਿਵ ਸੋਚ ਰਹੀ ਹੈ, ਸਾਡੇ ਅੰਦਰ ਜਿਹੜਾ ਪਾਣੀ ਹੈ ਉਹਦੇ ਡੀਫਾਰਮ ਕਰ ਰਹੇ ਹੋ ਸਾਡੇ ਸੈਲਸ ਨੂੰ। ਬਹੁਤ ਖੂਬ ਔਰ ਅੱਛਾ ਲੱਗਿਆ ਗੱਲਬਾਤ ਕਰਕੇ। ਆਪਾਂ ਇੱਕ ਹੋਰ ਐਪੀਸੋਡ ਹਲੇ ਦੇ ਉੱਤੇ ਕਰਨਾ ਆ, ਔਰ ਇਹ ਗੱਲ ਪੱਕੀ ਹੈ, ਕਈ ਵਾਰੀ ਹੈ ਨਾ ਅਸੀਂ ਕਿਸੇ ਬੰਦੇ ਦੇ ਕੋਲ ਵੀ ਨਹੀਂ ਖੜੀਦਾ, ਇਹ ਸੋਚਦਾ ਹੁੰਦਾ ਹੈ ਵੀ ਉਹ ਤਾਂ ਨੈਗੇਟਿਵ ਰਹਿੰਦਾ, ਉਹਦੇ ਕੋਲ ਨਹੀਂ ਖੜਨਾ, ਕਿਉਂਕਿ ਸਾਡਾ ਮਨ ਪੋਜ਼ਿਟਿਵ ਰਹਿਣਾ ਚਾਹੁੰਦਾ ਆ। ਅਸੀਂ ਨੈਗੇਟਿਵ ਲੋਕਾਂ ਦੇ ਕੋਲ ਖੜਨਾ ਵੀ ਨਹੀਂ ਚਾਹੁੰਦੇ। ਮੈਂ ਵੀ ਪ੍ਰੋਗਰਾਮ ਨਹੀਂ ਰੁਕਣਾ ਚਾਹੁੰਦੀ, ਪਰ ਟਾਈਮ ਘੱਟ ਸੀ। ਆਪਾਂ ਅਗਲੇ ਸੈਸ਼ਨ ਦੇ ਵਿੱਚ ਮਿਲਦੇ ਹਾਂ ਹੁਣ ਦੁਬਾਰਾ। ਫਿਲਹਾਲ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਰਾਧਿਕਾ। ਸ਼ੁਕਰੀਆ, ਥੈਂਕ ਯੂ। ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਅੱਜ ਦੇ ਲਈ ਨਹੀਂ ਹੈ। ਸਾਡਾ YouTube ਚੈਨਲ ਪੰਜਾਬ ਮੇਲ ਯੂਨੀਵਰਸਿਟੀ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।